ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਦੇਸ਼ ਦੀ ਰਾਜਧਾਨੀ ਘੇਰੀ ਹੋਵੇ ਲੱਖਾਂ ਕਿਸਾਨਾਂ ਨੇ, ਮਗਿਆ ਹੋਵੇ ਪੂਰੇ ਦੇਸ਼ ਵਿੱਚ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ, ਲੋਕ ਸਭਾ ਠੱਪ ਹੋ ਜਾਵੇ ਵਾਰ-ਵਾਰ, ਪ੍ਰਧਾਨ ਮੰਤਰੀ ਵਿਰੋਧੀ ਧਿਰ ਦੇ ਨੇਤਾ ਸਾਰੇ ਦੇ ਰਹੇ ਹੋਣ ਅੰਦੋਲਨ ਬਾਰੇ, ਖੇਤੀ ਬਿੱਲਾਂ ਬਾਰੇ, ਕਿਸਾਨਾਂ ਮਜ਼ਦੂਰਾਂ ਬਾਰੇ ਬਿਆਨ, ਤੇ ਉੱਤੋਂ ਆ ਜਾਵੇ ਮੇਰੇ ਭਾਰਤ ਮਹਾਨ ਦਾ ਸਾਲਾਨਾ ਬਜਟ। ਕੋਈ ਵੀ ਥੋੜੀ ਬਹੁਤੀ ਸੂਝ-ਬੂਝ ਵਾਲਾ ਬੰਦਾ ਵੀ ਸੋਚੇਗਾ ਕਿ ਸਰਕਾਰ ਕੋਲ ਹੁਣ ਤਕੜਾ ਮੌਕਾ ਆ ਗਿਆ। ਆਫਟਰ ਆਲ ਜੇ ਸਰਕਾਰ ਨੇ ਸਾਬਤ ਕਰਨਾ ਹੈ ਕਿ ਕਿਸਾਨਾਂ ਮਜ਼ਦੂਰਾਂ ਮਿਹਨਤਕਸ਼ਾਂ ਪ੍ਰਤੀ ਉਹਦੀਆਂ ਨੀਤੀਆਂ ਅਤੇ ਉਹ ਨੀਅਤ ਕਿੰਨੀ ਚੰਗੀ ਹੈ ਤਾਂ ਇਸ ਤੋਂ ਵਧੀਆ ਮੌਕਾ ਹੋਰ ਕਿਹੜਾ ਹੋ ਸਕਦਾ। ਇਸ ਲਈ ਜੇ ਇੱਧਰ ਬਜਟ ਆਇਆ ਅਤੇ ਉੱਧਰ ਅੰਦੋਲਨ ਕਿਸਾਨਾਂ ਦਾ ਭਖਿਆ ਤਾਂ ਸਾਨੂੰ ਬੜੇ ਗੌਰ ਨਾਲ, ਧਿਆਨ ਨਾਲ, ਸੰਜੀਦਗੀ ਨਾਲ ਸਮਝਣਾ ਚਾਹੀਦਾ ਹੈ ਕਿ ਬਜਟ ਵਿੱਚ ਕਿਸਾਨ ਕਿੱਥੇ ਹੈ, ਖੇਤੀ ਕਿੱਥੇ ਹੈ ਅਤੇ ਸਰਕਾਰ ਦੀ ਨੀਤੀ ਅਤੇ ਨੀਅਤ ਕੀ ਹੈ। ਵੈਸੇ ਜਿਸ ਦਿਨ ਬਜਟ ਆਇਆ ਸੀ ਉਸੇ ਦਿਨ ਮੇਰੇ ਪਿਆਰੇ ਭਾਰਤ ਮਹਾਨ ਦੀ ਰਾਜਧਾਨੀ, ਦੇਸ਼ ਦਾ ਦਿਲ, ਦਿੱਲੀ ਦੀਆਂ ਬਰੂਹਾਂ ਤੇ ਸੜਕਾਂ ਉੱਤੇ ਕੇਲ ਉਗਾਏ ਸਨ। ਨਜ਼ਾਰੇ ਉਹ ਸਨ ਭਾਈ ਸਮਝੋ ਇਰਾਕ ਤੇ ਈਰਾਨ ਦਾ ਬਾਰਡਰ ਹੋਵੇ, ਸੀਰੀਆ ਹੋਵੇ, ਯਮਨ ਹੋਵੇ ਸ਼ਾਇਦ ਫਲਸਤੀਨੀਆਂ ਇਜ਼ਰਾਈਲੀਆਂ ਦੀ ਕੋਈ ਗਾਜ਼ਾ ਪੱਟੀ। ਪਰ ਵੇਖ ਲਵੋ ਅਸੀਂ ਉਹ ਸਾਰੀ ਕਿਲਾਬੰਦੀ ਛੱਡ ਕੇ ਲਾਲ ਕਿਲੇ ਵਾਲੀ ਤੇ ਕਿੱਲਾਬੰਦੀ ਛੱਡ ਕੇ ਜਿਹੜੀਆਂ ਕਿੱਲਾ ਇਹਨਾਂ ਨੇ ਲਾਈਆਂ ਤੇ ਫਿਰ ਵੀ ਬਜਟ ਦੇ ਉੱਤੇ ਧਿਆਨ ਕਰ ਰਹੇ ਹਾਂ, ਇਸ ਲਈ ਕਿ ਸਰਕਾਰ ਜੀ ਦੀ ਨੀਅਤ ਤੇ ਨੀਤੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਲਈ ਸਾਡੇ ਨਾਲ ਮਾਹਿਰ ਜੁੜੇ ਨੇ, ਡਾਕਟਰ ਪਿਆਰੇ ਲਾਲ ਗਰਗ ਜੀ ਐਕੈਡੈਮਿਕ ਵੀ ਨੇ, ਸਰਕਾਰ ਦੀਆਂ ਜਿਹੜੀਆਂ ਤਰੱਕੀ ਯਾਫਤਾ ਪਾਲਿਸੀਆਂ ਨੇ ਉਹਨਾਂ ਨੂੰ ਬੜੀਆਂ ਨੇੜਿਓਂ ਦੇਖਦੇ ਨੇ ਤੇ ਉਹਨਾਂ ਵਿਚਲਾ ਸੱਚ ਜਿਹੜਾ ਉਹ ਸਾਨੂੰ ਸਮਝਾਉਂਦੇ ਨੇ। ਸਾਡੇ ਨਾਲ ਜੁੜ ਰਹੇ ਨੇ ਸਰਦਾਰ ਹਮੀਰ ਸਿੰਘ ਜੀ, ਬਹੁਤ ਹੀ ਸੀਨੀਅਰ ਪੱਤਰਕਾਰ ਨੇ, ਆਪਣੀ ਪਰਸੈਪਟਿਵ ਲੇਖ ਲਈ ਨਹੀਂ ਜਾਣੇ ਜਾਂਦੇ ਨੇ, ਆਪਣੇ ਐਕਟਿਵਿਜ਼ਮ ਲਈ ਜਾਣੇ ਜਾਂਦੇ ਨੇ। ਇਹਨਾਂ ਦੀਆਂ ਲਿਖਤਾਂ ਤੋਂ ਤੁਹਾਡੇ ਵਿੱਚੋਂ ਬਹੁਤੇ ਪਾਠਕ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣੂ ਹੋਣਗੇ। ਹਮੀਰ ਜੀ, ਸਭ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਟੀਚਾ ਇਹਨਾਂ ਨੇ ਰੱਖਿਆ 75ਵੇਂ ਇੰਡੀਪੈਂਡੈਂਸ ਡੇ ਦਾ, ਕਿ ਉਦੋਂ ਤੱਕ ਜਾ ਕੇ ਅਸੀਂ 2022 ਤੱਕ ਕਿਸਾਨ ਦੀ ਆਮਦਨ ਦੁੱਗਣੀ ਕਰ ਦੇਣੀ ਹੈ, ਤੇ ਇੱਕ ਇਹ ਬਜਟ ਆ ਗਿਆ ਤੇ ਇੱਕ ਬਜਟ ਹੋਰ ਆਏਗਾ ਉਸ ਤੋਂ ਪਹਿਲਾਂ, ਤੇ ਫਿਰ ਉਹ 15 ਅਗਸਤ ਵਾਲਾ ਦਿਹਾੜਾ ਆ ਜਾਏਗਾ ਜਦੋਂ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਨੇ ਸਹੀ ਵਾਲਾ ਝੰਡਾ ਫਹਿਰਾ ਕੇ ਐਲਾਨ ਕਰਨਾ ਕਿ ਕਿਸਾਨ ਦੀ ਆਮਦਨ ਦੁੱਗਣੀ ਹੋ ਗਈ ਹੈ। ਇਹਦੇ ਵਿੱਚ ਕਿੰਨਾ ਇੰਤਜ਼ਾਮ ਕਰ ਦਿੱਤਾ ਗਿਆ, ਇਹੋ ਜਿਹੀਆਂ ਕਿਹੜੀਆਂ ਨੀਤੀਆਂ ਨੇ ਜਿੱਥੋਂ ਤੁਹਾਨੂੰ ਪਤਾ ਲੱਗੇ ਕਿ ਸਰਕਾਰ ਨੇ ਇਹ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ, ਸਾਡੇ ਅੰਕੜੇ ਦੇਖ ਲਓ, ਸਾਡੀਆਂ ਪਾਲਿਸੀਆਂ 'ਚ ਅਸੀਂ ਕਿਹੜੇ ਕੰਮ ਲਈ ਕਿੰਨਾ ਪੈਸਾ ਰੱਖ ਰਹੇ ਹਾਂ ਉਹ ਦੇਖ ਲਵੋ, ਤੇ ਕਿੱਥੇ ਕਿੱਥੇ ਤੋਟ ਰਹਿ ਗਈ ਹੈ ਜਿਹੜੀ ਸਰਕਾਰ ਅਗਲੇ ਫਿਰ 1 ਸਾਲ 'ਚ ਪੂਰੀ ਕਰ ਸਕਦੀ ਹੈ। ਵੈਸੇ ਤਾਂ ਮੈਨੂੰ ਲੱਗਦਾ ਕਿ ਵਿੱਤ ਮੰਤਰੀ ਨੇ ਗਲਤੀ ਨਾਲ ਹੀ ਦੁਹਰਾਤਾ ਕਿ 2022 'ਚ ਦੁੱਗਣੀ ਕਰਾਂਗੇ। ਉਹ ਤਾਂ ਕਰ ਚੁੱਕੇ ਨੇ ਦੁੱਗਣੀ। ਹਾਂ ਪਹਿਲਾਂ ਕਹਿੰਦੇ ਸੀ ਕਰ ਹੀ ਦਿੱਤੀ, ਆਲਰੇਡੀ ਕਰ ਚੁੱਕੇ ਨੇ। ਵੈਸੇ ਉਹਨੇ ਗਲਤੀ ਨੇ ਜਿਹੜੇ ਅੰਕੜੇ ਉਹਨੇ ਪੜ੍ਹੇ ਨੇ ਉਹ ਕਹਿੰਦੇ 2013-14 ਤੋਂ ਕਣਕ ਦਾ ਅਸੀਂ 13-14 'ਚ ਦਿੱਤਾ ਸੀ 33,874 ਕਰੋੜ ਰੁਪਈਆ, ਤੇ ਅਸੀਂ 2019-20 'ਚ ਆ ਕੇ ਕਿਸਾਨਾਂ ਨੂੰ ਦੇਤਾ 62,000 ਕਰੋੜ ਤੋਂ ਜ਼ਿਆਦਾ ਰੁਪਈਆ ਦੇਤਾ। ਮਤਲਬ ਨਾਲ ਕਣਕ ਵੀ ਤਾਂ ਲਈ ਹੈ। ਹਾਂ ਨਹੀਂ, ਮਤਲਬ ਤਾਂ ਇਹੀ ਹੈ ਨਾ ਵੀ ਤੁਹਾਡੀ ਤੁਹਾਨੂੰ ਅਸੀਂ ਦੇਤਾ ਤੇ ਐਤਕੀ ਦਾ ਜਿਹੜਾ ਸੀਜ਼ਨ ਕਹਿੰਦੇ ਚੱਲਿਆ ਤੇ ਉਹਦੇ 'ਚ ਅਸੀਂ ਤੁਹਾਨੂੰ 75,000 ਕਰੋੜ ਤੇ ਲੈ ਜਾਾਂਗੇ। ਇਹੀ ਪੈਡੀ ਤੇ ਕੀਤਾ। ਅਸੀਂ ਤਾਂ ਇੰਨੇ ਪੈਸੇ ਦੇਤੇ ਨੇ ਤੁਹਾਨੂੰ ਤੇ ਤੁਸੀਂ ਅਜੇ ਵੀ ਨਹੀਂ ਮੰਨ ਰਹੇ ਕਿ ਤੁਹਾਡੀ ਕੀ ਗੱਲ ਹੋਈ ਹੈ। ਪਰ ਦੂਜੀ ਗੱਲ ਨੈਸ਼ਨਲ ਇਨਕਮ ਹੋਵੇ ਜਾਂ ਰੀਅਲ ਇਨਕਮ ਹੋਵੇ, ਇਹ ਗੱਲ ਕਦੇ ਨਹੀਂ ਦੱਸਦਾ ਕੋਈ ਕਿ ਉਹਦੇ 'ਚ ਕੀ ਕੀਤਾ ਹੈ ਤੁਸੀਂ, ਉਹਦੀ ਇਨਪੁਟ ਕਾਸਟ ਕਿੰਨੀ ਵਧੀ ਹੈ, ਤੇ ਉਹਦੇ 'ਚ ਜਿਹੜਾ MSP ਤੁਸੀਂ ਦਿੱਤੀ ਹੈ ਤਾਂ ਆਹ 1.5 ਸਾਲ ਤੋਂ ਤੁਸੀਂ ਕਹਿੰਦੇ ਹੋ ਅਸੀਂ 1.5 ਗੁਣਾ ਦੇਤੀ, ਤੇ ਉਹ ਜਿਹੜਾ ਪੰਜਾਬ ਦੇ ਕਿਸਾਨ ਦਾ ਇਕੱਲਾ ਇੱਕ ਸਟੱਡੀ ਜਿਹੜੀ ਆਈ ਹੈ ਹੁਣੇ ਪਿਛਲੇ ਸੀਜ਼ਨ ਤੱਕ ਹੀ 14,256 ਕਰੋੜ ਤੋਂ ਵੱਧ ਦਾ ਲਾਸ ਹੋਇਆ ਜੇ ਸਵਾਮੀਨਾਥਨ ਮੁਤਾਬਕ 1.5 ਗੁਣਾ ਦੇਣਾ ਹੁੰਦਾ। ਮਤਲਬ ਜੇਕਰ ਕੱਲੀ ਕਣਕ ਦੇ ਵਿੱਚ ਇਹ ਤਾਂ ਚਲੋ ਸਾਡੀਆਂ ਡਿਮਾਂਡਸ ਹੈ, ਪਰ ਮੈਨੂੰ ਇਹ ਵੀ ਗਵਰਨਮੈਂਟ ਆਫ ਇੰਡੀਆ ਕੋਲ ਐਡਾ ਵੱਡਾ ਬਜਟ ਆ, ਉਹਨਾਂ ਨੇ ਐਲੋਕੇਟ ਕਰਨਾ। ਕੇਵਲ ਉਹ ਵੀ ਨਹੀਂ, ਜਿਹੜਾ ਬਜਟ ਵੀ ਹੈ, ਬਜਟ ਦਾ ਟੋਟਲ ਹਿੱਸਾ ਵੀ ਲਾ ਕੇ, ਰੂਰਲ ਡਿਵੈਲਪਮੈਂਟ ਲਈ ਵੀ ਲਾ ਕੇ, ਐਗਰੀਕਲਚਰ ਲਈ ਵੀ ਲਾ ਕੇ, ਜਿਹਦੇ ਤੇ ਘੱਟੋ ਘੱਟ 67% ਪਾਪੂਲੇਸ਼ਨ ਡਿਪੈਂਡੈਂਟ ਹੈ ਰੂਰਲ ਸੈਕਟਰ। GDP ਦਾ ਕਿੰਨਾ ਹਿੱਸਾ ਇਹਨੂੰ ਜਾਂਦਾ? ਉਹ ਸਾਰਾ ਹੀ 9% ਜਾਂਦਾ ਹੈ। ਕੁੱਲ GDP ਦਾ 9% ਜਿਹੜਾ ਉਹ ਐਗਰੀਕਲਚਰ ਪਲੱਸ ਰੂਰਲ ਡਿਵੈਲਪਮੈਂਟ ਟੋਟਲ ਜਿਹੜਾ ਪੇਂਡੂ ਸੈਟਅਪ ਦੇ ਵਿੱਚ ਤੁਸੀਂ ਕਰ ਰਹੇ ਹੋ, ਤੇ ਉਹਦੇ ਨਾਲ ਤੁਸੀਂ ਦੇਖ ਲਓ ਕਿ ਇੰਨੇ ਲੋਕਾਂ ਨੂੰ ਸਰਚਾਉਣਾ ਹੈ, ਤੇ ਇਹਦੇ ਬਾਵਜੂਦ ਗਵਰਨਮੈਂਟ ਫੇਰ ਕਹਿ ਰਹੀ ਹੈ ਕਿ ਅਸੀਂ ਤੁਹਾਨੂੰ ਜੀ 6,000 ਰੁਪਇਆ ਤਾਂ ਦੇ ਹੀ ਰਹੇ ਹਾਂ 3 ਕਿਸ਼ਤਾਂ 'ਚ, ਜਿਹੜਾ 2-2 PM ਕਿਸਾਨ ਹੈ ਜਿਹੜਾ, ਔਰ PM ਕਿਸਾਨ ਦੇ ਵਿੱਚ ਆਪ ਕਹਿੰਦਾ RTI ਦੀ ਇਨਫੋਰਮੇਸ਼ਨ ਛਪੀ ਹੈ ਪਿਛਲੇ ਦਿਨਾਂ ਦੇ ਵਿੱਚ। RTI ਦੀ ਇਨਫੋਰਮੇਸ਼ਨ ਹੈ 14.5 ਕਰੋੜ ਤੁਸੀਂ ਕਿਸਾਨ ਆਇਡੈਂਟੀਫਾਈ ਕੀਤਾ ਜੀ, ਤੇ ਉਹਦੇ ਚੋਂ 9 ਕਰੋੜ ਤੁਸੀਂ ਉਹਦੇ ਤਹਿਤ ਲਿਆਂਦਾ ਤੇ ਦਿੱਤਾ ਉਹ 7 ਕਰੋੜ ਨੂੰ ਹੈ। ਉਹਦੇ ਚੋਂ ਵੀ
ਜਦੋਂ ਕਰੋਨਾ ਸਭ ਤੋਂ ਜ਼ਿਆਦਾ ਜ਼ਰੂਰਤ ਸੀ, ਅਪ੍ਰੈਲ ਤੋਂ ਮਾਰਚ ਤੋਂ ਲੈ ਕੇ ਜੁਲਾਈ ਤੱਕ 140 ਮਿਲੀਅਨ ਫਾਰਮਰ ਹਾਊਸਹੋਲਡ ਗਿਣਦੀ ਹੈ ਸਰਕਾਰ। ਹਾਂ, ਤੇ ਉਹਦੇ ਵਿੱਚੋਂ ਵੀ ਜਿਹੜਾ 7 ਕਰੋੜ ਵੀ ਹੈ, ਤੁਸੀਂ ਆਪ ਮੰਨਿਆ ਕਿ 44% ਦੇ ਖਾਤੇ 'ਚ ਇਸ ਕਰਕੇ ਨਹੀਂ ਗਿਆ ਕਿਉਂਕਿ ਟੈਕਨੀਕਲ ਫਾਲਟ ਹੈ, ਉਹ ਥਰੂ ਨਹੀਂ ਹੋ ਰਿਹਾ ਖਾਤਿਆਂ ਦੇ ਵਿੱਚ। ਉਹਦੇ 'ਚੋਂ ਵੀ 44%, ਮਤਲਬ ਇਸੇ ਲਈ ਤੁਸੀਂ ਬਜਟ ਉਹਦੇ 'ਚ ਕਿੰਨਾ ਰੱਖਿਆ? ਪਹਿਲਾਂ 75,000 ਕਰੋੜ ਰੱਖਿਆ ਸੀ, ਐਤਕੀ 65,000 ਕਰੋੜ ਕਰਤਾ। ਨਵੇਂ ਨੂੰ ਵੀ ਤੁਸੀਂ ਕਿਵੇਂ ਦੇਣਾ ਚਾਹੋਗੇ? PM ਕਿਸਾਨ ਦੇ ਤਹਿਤ ਜਿਹੜਾ 75 ਤੋਂ 65,000 ਕਰੋੜ ਕਰਤਾ, 10,000 ਕਰੋੜ ਘਟਾਤਾ ਹੈ ਉਸ ਨਾਲੋਂ ਵੀ ਜਿਹੜਾ ਬਜਟ ਐਲੋਕੇਸ਼ਨ ਸੀ ਪਿਛਲੇ ਸਾਲ ਦੀ। ਇਸੇ ਤਰੀਕੇ ਦੇ ਨਾਲ ਲੱਗਦਾ ਜੇ ਅੰਦੋਲਨ ਭਖਿਆ ਹੋਇਆ ਸਰਕਾਰ ਨੇ ਸਾਬਤ ਕਰਨਾ ਕਿ ਅਸੀਂ ਕਿਸਾਨਾਂ ਦੇ ਦੋਸਤ ਹਾਂ। ਸਮਟਾਈਮਸ ਸਰਕਾਰਾਂ ਐਲੋਕੇਸ਼ਨਸ ਦੇ ਥਰੂ ਵੀ ਬੋਲਦੀਆਂ ਨੇ, ਇਹ ਜ਼ਰੂਰੀ ਨਹੀਂ ਕਿ ਬਿਆਨ ਹੀ ਬੋਲਦੇ ਨੇ, ਪੈਸਾ ਬੋਲਦਾ। ਤੇ ਮਤਲਬ ਜੇ ਕੋਈ ਮੈਨੂੰ 10 ਦਿਨ ਪਹਿਲਾਂ ਕਹਿੰਦਾ ਗੈਸ ਕਰਨ ਲਈ ਕਿ ਸਰਕਾਰ ਕੀ ਕਰ ਸਕਦੀ ਹੈ, ਤੇ ਮੈਨੂੰ ਲੱਗਦਾ ਇੱਕ ਸਾਦਾ ਬੰਦਾ ਗੈਸ ਕਰਦਾ ਕਿ ਇਹ ਨਾ 6,000 ਰੁਪਇਆ ਜਿਹੜਾ ਸਾਲ ਦਾ ਦਿੰਦੇ ਆ ਉਹਨੂੰ ਵਧਾ ਕੇ 8,000 ਕਰ ਸਕਦੇ ਨੇ ਸਾਲ ਦਾ। 3 ਕਿਸ਼ਤਾਂ ਦੀ 4 ਕੁਆਟਰਲੀ ਕਿਸ਼ਤਾਂ ਦਿੰਦੇ ਨੇ 3, ਉਹਦੀ ਬਜਾਏ ਸ਼ਾਇਦ 2 ਕਿਸ਼ਤਾਂ ਹੀ ਦੇ ਦੇਣ। ਤੇ ਇੱਕ ਹੁਣ ਤੱਕ ਉਹ ਟੈਨੈਂਟ ਜਿਹੜਾ ਕਿਸਾਨ ਹੈ ਜਿਹੜਾ ਮੁਜ਼ਾਹਰੇ ਤੇ ਲੈ ਕੇ ਕਰਦਾ ਉਹਨੂੰ ਨਹੀਂ ਮਿਲਦਾ, ਸ਼ਾਇਦ ਉਹਨੂੰ ਵਿੱਚ ਸ਼ਾਮਲ ਕਰ ਲੈਣ। ਤੁਸੀਂ ਇਹ ਕਹਿ ਰਹੇ ਵੀ ਉਹਨੂੰ ਤਾਂ ਨਹੀਂ ਸ਼ਾਮਲ ਕੀਤਾ, 6,000 ਨੂੰ ਨਹੀਂ ਵਧਾਇਆ ਤੇ ਨਾ ਪਹਿਲਾਂ ਪੂਰਾ ਹੋਇਆ ਤੇ ਪਹਿਲਾਂ ਵਾਲੇ ਘਟਾ ਦਿੱਤੀ, 10,000 ਕਰੋੜ ਹੋਰ ਘਟਾ ਦਿੰਦੇ ਹੋ ਤੁਸੀਂ, ਤਾਂ ਤੁਹਾਡਾ ਮਕਸਦ ਕੀ ਹੈ? ਕਿਵੇਂ ਕਿਸਾਨ ਦੀ ਆਮਦਨ ਉਹਰੇ ਛੁਪਾਏ ਵੀ ਨਹੀਂ ਜਾ ਸਕਦੇ, ਪਾਸੇ ਬਜਟ ਦਾ ਹਿੱਸਾ ਨੇ। ਕਿਸਾਨ ਜਿਹੜਾ ਲੜਾਈ ਲੜ ਰਿਹਾ ਹੈ ਉਹਦਾ ਬੁਨਿਆਦੀ ਨੰਬਰ 1 ਪਹਿਲੂ ਇੱਕ ਇਹ ਵੀ ਹੈ, ਜਿੱਥੇ ਉਹ 3 ਕਾਨੂੰਨ ਨੇ ਕਿ ਸਾਡੀ ਖੇਤੀ ਦੀ ਜ਼ਮੀਨ ਵੀ ਚਲੀ ਜਾਊਗੀ, ਖੇਤੀ ਕਾਰਪੋਰੇਟ ਕੋਲ ਚਲੀ ਜਾਏਗੀ ਜੀ, ਉਹ ਨਾਲ ਇਹ ਵੀ ਕਹਿੰਦਾ ਕਿ ਮੇਰੀ ਅਸ਼ੋਰਡ ਇਨਕਮ ਦੀ ਗਾਰੰਟੀ ਹੋਵੇ। ਹਾਂ, ਇਸੇ ਕਰਕੇ ਉਹ MSP ਦੀ ਉਹ ਕਰ ਰਿਹਾ ਨਾ ਕਿ ਲੀਗਲ ਗਾਰੰਟੀ ਦਿਓ ਜੀ। ਅਸ਼ੋਰਡ ਇਨਕਮ ਦੀ ਗਾਰੰਟੀ ਜਿਹੜੀ ਹੈ ਉਹਨੂੰ ਨਾ ਹੋਣ ਦੇ ਕਰਕੇ, ਔਰ ਤੁਸੀਂ ਕਹਿ ਰਹੇ ਹੋ ਕਿ ਬਿਹਾਰ ਤੇ ਜਦੋਂ ਪੰਜਾਬ ਦੀ ਆਪਾਂ ਗੱਲ ਕਰਦੇ ਤੇ ਇੱਥੇ ਜੇ 2 ਫਸਲਾਂ ਦੀ ਅਸ਼ੋਰਡ ਹੈ ਤੇ ਬਿਹਾਰ 'ਚ ਨਹੀਂ ਹੈ, ਤਾਂ ਉਹਦਾ ਵੀ ਫਰਕ ਦਿਖਾਈ ਦਿੰਦਾ ਕਿਤੇ ਨਾ ਕਿਤੇ। ਉਹ ਵੀ ਕਿਤੇ ਦਿਖਾਈ ਨਹੀਂ ਦਿੱਤੀ। 3 ਕਾਨੂੰਨ ਜਿਹਦੇ ਲਈ ਕਿਸਾਨ ਲੜ ਰਹੇ ਨੇ, ਜਿਹੜੇ MSP ਲਈ ਲੜ ਰਹੇ ਨੇ, ਇਹਦੇ ਤੇ ਬਜਟ ਸਾਇਲੈਂਟ ਹੈ। ਇਟਸ ਅ ਲਾਸਟ ਅਪਰਚੂਨਿਟੀ। ਅਗਰ ਸਾਹਿਬ ਇਹ ਜਿੱਦਾਂ ਹੁਣ ਇਹ ਕਹਿ ਰਹੇ ਨੇ ਕਿ 9% GDP ਦਾ ਉਹਦੇ ਤੇ 67% ਵਸੋਂ ਜਿਹੜੀ ਮੇਰੀ ਆ ਉਹ ਡਿਪੈਂਡ ਕਰਦੀ ਹੈ। ਜਦੋਂ ਆਜ਼ਾਦੀ ਮਿਲੀ ਸੀ, ਮਤਲਬ ਲੋਕ ਤਾਂ ਝਾਟੇ ਸੋਚਣਗੇ ਨਾ ਕਿ ਜਦੋਂ ਆਜ਼ਾਦੀ ਮਿਲੀ ਸੀ ਤਾਂ GDP ਦਾ 54-55%, 54 ਪੁਆਇੰਟ ਕੁਝ % ਜਿਹੜਾ ਸੀਗਾ ਉਹ ਐਗਰੀਕਲਚਰ ਦਾ ਹੁੰਦਾ ਸੀ। ਤੇ ਉਦੋਂ ਵੀ ਲਗਭਗ 60% ਪਾਪੂਲੇਸ਼ਨ ਇਹਦੇ ਤੇ ਡਿਪੈਂਡ ਕਰਦੀ ਸੀ। ਹੁਣ ਉਹ 54% ਘਟ ਕੇ 9% ਰਹਿ ਗਿਆ। ਉਸ ਤੋਂ ਜ਼ਿਆਦਾ ਲੋਕ ਐਗਰੀਕਲਚਰ ਦੇ ਉੱਤੇ ਡਿਪੈਂਡ ਕਰ ਰਹੇ ਨੇ। ਕੀ ਤੁਸੀਂ ਇਹ ਉਮੀਦ ਨਹੀਂ ਸੀ ਕਰ ਰਹੇ ਕਿ ਸਰਕਾਰ ਜਿਹੜੀ ਐਲੋਕੇਸ਼ਨ ਜਿਸ ਵੇਲੇ ਕਰੇਗੀ ਤਾਂ ਦਮਗੱਜਾ ਮਾਰ ਕੇ ਦੱਸੇਗੀ ਕਿ ਤੁਸੀਂ ਕਹਿੰਦੇ ਹੋ ਅਸੀਂ ਕਿਸਾਨਾਂ ਦੇ ਵਿਰੁੱਧ ਹਾਂ, ਅਸੀਂ ਐਗਰੀਕਲਚਰ ਲਈ ਇੰਨਾ ਬਜਟ ਰੱਖਿਆ। ਹਾਊ ਮਚ ਇਜ਼ ਦਾ ਟੋਟਲ ਬਜਟ? ਐਗਰੀਕਲਚਰ ਜਿਹੜਾ ਮਹਿਕਮਾ ਤਾਂ 2 ਹਿੱਸਿਆਂ 'ਚ ਚੱਲਦਾ, ਇੱਕ ਤਾਂ ਐਗਰੀਕਲਚਰ ਮਿਨਿਸਟਰੀ ਵੀ ਲੋਕਾਂ ਨੂੰ ਪਤਾ ਹੋਣਾ। ਐਗਰੀਕਲਚਰ ਮਿਨਿਸਟਰੀ 2 ਹਿੱਸਿਆਂ 'ਚ, ਇੱਕ ਤਾਂ ਮਹਿਕਮਾ ਹੈਗਾ ਐਗਰੀਕਲਚਰ ਦਾ, ਕਿਸਾਨਾਂ ਦਾ, ਫਾਰਮਰ ਦੀ ਵੈਲਫੇਅਰ ਦਾ। ਦੂਜਾ ਮਹਿਕਮਾ ਹੈਗਾ ਐਗਰੀਕਲਚਰ ਰਿਸਰਚ ਤੇ ਐਜੂਕੇਸ਼ਨ ਦਾ, ਉਹ ਭਾਵੇਂ ਛੋਟਾ ਜਿਹਾ ਮਹਿਕਮਾ, ਮੇਰੇ ਕੋਲ 8-10 ਕਰੋੜ ਰੁਪਏ ਦਾ ਉਹ ਮਹਿਕਮਾ। ਬਾਕੀ ਦਾ ਜਿਹੜਾ ਟੋਟਲ ਬਜਟ ਹੈ, ਅੰਕੜੇ ਦੱਸਦੇ ਨੇ ਕਿ 1,34,000 ਕਰੋੜ ਦਾ ਸੀਗਾ ਤੇ ਹੁਣ 1,23,000 ਕਰੋੜ ਤੇ ਆ ਗਿਆ, ਇਹ ਘਟ ਗਿਆ। ਹਾਊ ਡੂ ਯੂ ਆਰਗਿਊ? ਦੇਖੋ, ਮੈਂ ਜਿਹੜੀ ਗੱਲ ਨਾ ਇਸ ਨੂੰ ਥੋੜਾ ਜਿਹਾ ਹੋਰ ਪਾਸੋਂ ਲੈ ਕੇ ਜਾਵਾਂਗਾ ਕਿਉਂਕਿ ਹਮੀਦ ਜੀ ਨੇ ਬਹੁਤ ਸੋਹਣਾ ਬਿਲਡ ਕਰਿਆ ਹੈ ਜੀ। ਇੱਕ ਤਾਂ ਅਸੀਂ ਇਕੱਲਾ ਵੀ ਐਗਰੀਕਲਚਰ ਨੂੰ ਜਾਂ ਐਗਰੀਕਲਚਰ ਰਿਸਰਚ ਨੂੰ ਦੇਖੀਏ ਜੀ, ਇਹ ਐਗਰੀਕਲਚਰ ਦਾ ਬਜਟ ਨਹੀਂ ਹੈ। ਓਕੇ, ਐਗਰੀਕਲਚਰ ਦਾ ਬਜਟ ਕਿਸ ਤੇ ਹੈ? ਤੁਸੀਂ ਮਨਰੇਗਾ 'ਚ ਕੀ ਦੇ ਰਹੇ ਹੋ? ਤੁਸੀਂ ਮਿਡ ਡੇ ਮੀਲ, ਕਿਉਂਕਿ ਕਿਸਾਨ ਦੇ ਬੱਚੇ ਨੂੰ ਮਿਲ ਰਿਹਾ ਜਿਹੜਾ ਸਕੂਲ ਜਾ ਰਿਹਾ, ਤੁਸੀਂ ਮਿਡ ਡੇ ਮੀਲ 'ਚ ਕੀ ਦੇ ਰਹੇ ਹੋ? ਤੁਸੀਂ ਆਟਾ ਦਾਲ ਸਕੀਮ ਉਹ ਵੀ ਬਹੁਤ ਸਾਰੇ ਕਿਸਾਨਾਂ ਨੂੰ ਮਿਲਦੀ, ਉਹ 'ਚ ਕੀ ਦੇ ਰਹੇ ਹੋ? ਤੁਸੀਂ ਸੋਸ਼ਲ ਸਿਕਿਉਰਿਟੀ ਸਕੀਮਾਂ 'ਚ ਕੀ ਦੇ ਰਹੇ ਹੋ? ਤੁਸੀਂ ਮਾਰਕੀਟ 'ਚ ਜਿਹੜਾ ਤੁਹਾਡਾ ਸਟੋਰ ਕਰਨ ਦਾ ਸਮਾਨ ਖਰੀਦ ਕੇ, ਅਨਾਜ ਖਰੀਦ ਕੇ, ਉਹਦੇ ਉੱਤੇ ਕਿੰਨਾ ਪੈਸਾ ਲਾ ਰਹੇ ਹੋ ਤਾਂ ਕਿ ਤੁਹਾਡੀ ਸਟੋਰੇਜ ਕੈਪੈਸਿਟੀ ਵਧੇ ਜੀ, ਅਨਾਜ ਖਰੀਦ ਸਕੋ। ਤੁਸੀਂ ਅਨਾਜ ਖਰੀਦਣ ਤੇ ਜਿਹੜਾ ਸਬਸਿਡਾਈਜ਼ ਅਨਾਜ ਦੇਣਾ ਹੈ ਉਹਦੇ ਉੱਤੇ ਕਿੰਨਾ ਪੈਸਾ ਲਾ ਰਹੇ ਹੋ? ਇਹ ਤਾਂ ਹੈਗੇ ਸਿੱਧੇ। ਇਸ ਤੋਂ ਅੱਗੇ ਇੱਕ ਟੇਢੇ ਨੇ, ਤੁਸੀਂ ਸਿਹਤ ਦੇ ਉੱਤੇ ਕਿੰਨਾ ਖਰਚਾ ਕਰ ਰਹੇ ਹੋ? ਕਿਸਾਨ ਦਾ ਖਰਚਾ ਦੇ ਉੱਤੇ ਵੀ ਹੋਣਾ। ਤੁਸੀਂ ਸਿੱਖਿਆ ਦੇ ਉੱਤੇ ਕਿੰਨਾ ਖਰਚਾ ਕਰ ਰਹੇ ਹੋ? ਤੁਸੀਂ ਰੂਰਲ ਡਿਵੈਲਪਮੈਂਟ ਤੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤੇ ਕਿੰਨਾ ਖਰਚ ਕਰ ਰਹੇ ਹੋ ਜੀ? ਇਹ ਗੱਲਾਂ ਜਿਹੜੀਆਂ ਨੇ, ਮਨਰੇਗਾ ਤੇ ਕਿੰਨਾ ਖਰਚ ਕਰ ਰਹੇ ਹੋ ਜਿੱਥੇ ਲੋਕਾਂ ਨੂੰ ਹੋਰ ਦਿਹਾੜੀ ਮਿਲਣੀ ਹੈ ਜੀ। ਸੋ ਇਹਨਾਂ ਸਾਰਿਆਂ ਨੂੰ ਜਦ ਅਸੀਂ ਰਾਈਏ ਤਾਂ ਰੂਰਲ ਇਕੋਨਮੀ ਦਾ ਸਵਾਲ ਹੈ ਇਹ। ਉਹਦੇ ਵਿੱਚ ਅੱਜ ਕਿਸਾਨ ਤੇ ਮਜ਼ਦੂਰ ਇਸੇ ਗੱਲ ਕਰਕੇ ਲੜ ਰਹੇ ਨੇ ਵੀ ਜੇ ਸਾਡੀ ਇਨਕਮ ਨਹੀਂ, ਸਾਡੀ ਰੋਟੀ ਨਹੀਂ। ਜੇ ਤੁਸੀਂ 60 ਬੰਦਿਆਂ ਨੂੰ 100 ਚੋਂ 9 ਰੁਪਏ ਦਿਓਗੇ ਤੇ 40 ਬੰਦਿਆਂ ਨੂੰ ਤੁਸੀਂ 91 ਰੁਪਏ ਦਿਓਗੇ, ਫਿਰ 9 ਵਾਲਾ ਤਾਂ ਸਾਡੀ ਰਹਿ ਗਿਆ ਨਾ, ਉਹ ਤਾਂ ਰੋਏਗਾ। ਵਾਟ ਆਈ ਐਮ ਸੇਇੰਗ ਇਜ਼ ਗਵਰਨਮੈਂਟ ਨੇ ਇਹ ਪੋਲੀਟੀਕਲ ਫਾਇਦਾ ਕਿਉਂ ਨਹੀਂ ਲਿਆ ਬਜਟ ਦਾ? ਉਸ ਗਲਤੀ ਆ ਰਿਹਾ ਮੈਂ, ਉਸੇ ਗਲਤੀ ਆ ਰਿਹਾ। ਇਹਨੂੰ ਇਹ ਤਾਂ ਜਾਣ ਕੇ ਕਰਿਆ ਵੀ ਆਹ ਇਸ਼ੂ ਨੇ ਜਿਹੜੇ ਦੇਖਣਗੇ। ਗਵਰਨਮੈਂਟ ਜਿਹੜੀ ਹੈ ਉਹ ਕਾਰਪੋਰੇਟ ਦੇ ਨਾਲ ਰਲ ਕੇ ਉਹ ਬਜਟ ਬਣਾਉਂਦੀ ਹੈ। ਵੈਸੇ ਬੜੇ ਡਾਊਟਸ ਨੇ, ਕਹਿਣਾ ਔਖਾ ਹੈ ਮੈਨੂੰ, ਬੜੇ ਅਫਸਰਾਂ ਨੇ ਵੀ ਕਿਹਾ ਕਈ ਵਾਰੀ
ਕਿ ਬਜਟ ਬਣ ਕੇ ਆਉਂਦੇ ਨੇ। ਹੁਣ ਇਹ ਆਪ ਜਿਹੜਾ ਤੁਸੀਂ ਕਹਿੰਦੇ ਹੋ ਇਹ ਕੀ ਹੁੰਦਾ, ਜੇ ਪੋਲੀਟੀਕਲ ਸੋਚ ਹੁੰਦੀ ਵੀ ਯਾਰ ਕਿਸਾਨ ਰੌਲਾ ਪਾ ਰਹੇ ਨੇ, ਸਾਰੇ ਦੇਸ਼ 'ਚ ਤਰਥੱਲੀ ਮੱਚੀ ਪਈ ਹੈ, ਆਪਾਂ ਐਤਕੀ ਬਜਟ ਨੂੰ ਥੋੜ੍ਹਾ ਜਿਹਾ ਪ੍ਰੋ ਪੀਪਲ, ਪ੍ਰੋ ਕਿਸਾਨ, ਪ੍ਰੋ ਵਰਕਰ ਕਰ ਦਈਏ, ਪ੍ਰੋ ਰੂਰਲ। ਮੈਨੂੰ ਲੱਗਦਾ ਦਮਗੱਜਾ ਮਾਰਨ ਵਾਲਾ ਬਜਟ ਆਣਾ ਚਾਹੀਦਾ ਸੀ, ਕਿਉਂਕਿ ਇਸ ਵੇਲੇ ਅੰਦੋਲਨ ਨੂੰ ਚੁੱਪ ਕਰਾਉਣ ਦਾ ਕਾਊਂਟਰ ਆਰਗੂਮੈਂਟ ਇਹ ਸੀਗਾ। ਕਰ ਸਕਦੇ ਸੀ ਜੇ ਬਜਟ ਬਿਊਰੋਕ੍ਰੇਸੀ ਨੇ ਤਿਆਰ ਨਾ ਕਰਿਆ ਹੁੰਦਾ। ਬਜਟ ਬਿਊਰੋਕ੍ਰੇਸੀ ਤਿਆਰ ਕਰਦੀ ਹੈ। ਇਟਸ ਅ ਪੋਲੀਟੀਸ਼ੀਅਨਸ ਬਜਟ ਆਲਸੋ। ਮੈਂ ਆਈ ਡਿਫਰ ਔਨ ਦਿਸ ਇਸ਼ੂ। Okay. ਆਈ ਡਿਫਰ ਔਨ ਦਿਸ ਇਸ਼ੂ। ਜੀ। ਦੀ ਹੋਲ ਬਜਟ ਸ਼ੋਜ਼ ਇੱਕ ਤਾਂ ਜੋੜ ਘਟਾਓ ਕਰਕੇ। ਮੈਂ ਬਜਟ ਦੇ ਜਿਹੜੇ ਪੰਜਾਬ ਸਰਕਾਰ ਦਾ ਬਜਟ ਸੀ ਉਹਦੇ 'ਚ ਜਿਹੜਾ ਮੈਡੀਕਲ ਐਜੂਕੇਸ਼ਨ ਹੈਲਥ ਦੇ ਬਜਟ 'ਚ ਮੈਂ ਇਨਵੋਲਵਡ ਰਿਹਾ। ਉਹ ਐਵੇਂ ਇੱਕ ਜੋੜ ਘਟਾਓ ਕਰਦੇ ਨੇ, ਕੁਝ ਨਹੀਂ। ਜਿਹੜੇ ਉਸ ਨੂੰ ਆਪਾਂ ਕਹਿੰਦੇ ਨੇ ਫੁੱਲ ਕਿੰਗਰੇ ਲਾਉਣੇ ਹੁੰਦੇ ਨੇ, ਸਜਾਣਾ ਹੁੰਦਾ ਹੈ, ਇਹਨਾਂ ਨੇ ਉਹ ਵੀ ਨਹੀਂ ਕਰਿਆ। ਹੁਣ ਕਿਵੇਂ ਇਹਨਾਂ ਨੇ ਉਹ ਵੀ ਨਹੀਂ ਕਰਿਆ, ਉਹ ਵੀ ਨਹੀਂ ਕਰਿਆ। ਮੈਂ ਦੱਸਦਾ ਕਿਵੇਂ। ਫਿਰ ਤੀਜੀ ਗੱਲ, ਬਜਟ ਕਿਵੇਂ ਇੰਪੈਕਟ ਕਰਦਾ ਹੈ। ਜੇ ਦੇਸ਼ ਦੀ ਜਿਹੜਾ ਘਰ ਕਰਜ਼ਾ ਲੈ ਕੇ ਗੁਜ਼ਾਰਾ ਕਰਦਾ ਹੋਵੇ, ਉਹਦੇ ਬੱਚਿਆਂ ਨੂੰ ਜੋ ਕੁਝ ਮਿਲਣਾ ਘੱਟ ਮਿਲੇਗਾ, ਕਿਉਂਕਿ ਵਿਆਜ ਹੀ ਜ਼ਿਆਦਾ ਦੇਣਾ ਪੈ ਗਿਆ। ਸਰਕਾਰ ਦਾ 34 ਲੱਖ ਕਰੋੜ ਦੇ ਬਜਟ ਦੇ ਵਿੱਚੋਂ 12 ਲੱਖ ਕਰੋੜ ਤਾਂ ਕਰਜ਼ਾ ਲੈ ਕੇ ਗੁਜ਼ਾਰਾ ਕਰਨਾ ਹੈ। ਫਿਸਕਲ ਡੈਫਿਸਿਟ ਜਿਹੜਾ ਹੈ 9.5% ਹੈ। ਕੁਝ ਮਾਹਿਰ ਕਹਿ ਰਹੇ ਨੇ ਕਿ ਚੰਗੀ ਗੱਲ ਹੈ, ਬਹੁਤ ਜ਼ਿਆਦਾ ਉਸ ਡਿਸਪਲਿਨ ਦੇ ਵਿੱਚ ਨਹੀਂ ਗਏ, ਸਪੈਂਡਿੰਗ ਲਈ ਪੈਸਾ ਰੱਖ ਲਿਆ। ਮੈਂ ਸਪੈਂਡਿੰਗ ਲਈ ਜਿਹੜਾ ਰੱਖਿਆ ਉਹਦਾ ਹਿਸਾਬ ਲਾਉਣੇ ਆ ਨਾ ਜੀ, ਵੀ 12 ਲੱਖ ਕਰੋੜ ਤਾਂ ਹੋਇਆ ਉਹਦਾ ਕਰਜ਼ਾ, 8 ਲੱਖ ਕਰੋੜ ਕਦਾ ਵਿਆਜ ਵਾਪਸ ਕਰਨਾ ਹੈ। ਅਤੇ ਨਹੀਂ ਜੀ, ਉਹਨਾਂ ਡੈਟ ਸਰਵਿਸਿੰਗ ਤੁਸੀਂ 8 ਲੱਖ ਕਰੋੜ ਰੁਪਇਆ ਵਿਆਜ ਹੀ ਦਿੰਦੇ ਹੋ। ਜਿਹੜਾ ਅਸੀਂ ਪਿੰਡਾਂ 'ਚ, ਮੈਂ ਬਿਜ਼ਨਸਮੈਨ ਰਿਹਾ, ਜਿਹੜਾ ਜ਼ਿਮੀਂਦਾਰ ਕਿਸ਼ਤ ਮੋੜਨ ਵਾਸਤੇ, ਕਰਜ਼ਾ ਮੋੜਨ ਵਾਸਤੇ ਕਰਜ਼ਾ ਲੈਂਦਾ ਸੀ, ਉਹਦੀ ਜ਼ਮੀਨ ਅੱਜ ਵੀ ਗਈ ਤੇ ਕਦ ਵੀ ਗਈ। ਅੱਜ ਸਾਡਾ ਬਜਟ ਦਾ ਹਾਲ ਕੀ ਹੈ। ਅਸੀਂ ਸੋਸ਼ਲ ਸਿਕਿਉਰਿਟੀ ਸਕੀਮਾਂ 'ਤੇ ਪੈਸਾ ਘਟਾਤਾ, ਡਿਫੈਂਸ ਦਾ ਬਜਟ ਜਿਹੜੇ ਕਹਿੰਦੇ ORP ਪੈਨਸ਼ਨ ਦਾ ਬਜਟ ਘਟਾਤਾ ਪਿਛਲੇ ਸਾਲ ਨਾਲੋਂ। ਅਸੀਂ ਜਿਹੜੀਆਂ ਸਿਵਲ ਪੈਨਸ਼ਨ ਡਿਫੈਂਸ ਦਾ ਕੈਪੀਟਲ ਦਾ ਬਜਟ ਤਾਂ ਬਹੁਤ ਵਧਾਇਆ, 19% ਵਧਾ ਦਿੱਤਾ ਕੈਪੀਟਲ ਐਕਸਪੈਂਡੀਚਰ। ਮੈਂ ਸੋਸ਼ਲ ਸਿਕਿਉਰਿਟੀ ਸਕੀਮ ਦੀ ਗੱਲ ਕਰਦਾ, ਜਿਹੜੀਆਂ ਪੈਨਸ਼ਨ ਰਿਹਾ ਪਿਆ ਮੇਰੇ ਸਾਹਮਣੇ। ਡਿਫੈਂਸ ਪੈਨਸ਼ਨ ਦਾ ਜਿਹੜਾ ਬਜਟ ਹੈ ਸਾਡੇ ਕੋਲ, ਇਹ ਇਹਨਾਂ ਨੇ ਘਟਾ ਕੇ ਇਹ ਮੈਂ ਮੰਨ ਰਿਹਾ 2 ਲੱਖ ਤੋਂ 1,79,000 ਕਰੋੜ ਕਰਤਾ ਜੀ, ਸਿੱਧਾ ਹੀ ਆ। ਸੋ ਇਹ ਜਿਹੜਾ ਹੈਗਾ, ਜਦ ਤੁਸੀਂ ਘਟਾ ਦਿੱਤਾ ਬਜਟ, ਤਾਂ ਇਹਦਾ ਮਤਲਬ ਤੁਸੀਂ ਪੈਨਸ਼ਨ ਪ੍ਰੋਪਰ ਨਹੀਂ ਦੇ ਰਹੇ। ਇਦਾਂ ਹੀ ਸਿਵਲ ਪੈਨਸ਼ਨ ਦਾ ਘਟਾਤਾ। ਮੇਰੀ ਬੇਨਤੀ ਸੁਣੋ, ਇਦਾਂ ਹੀ ਅਸੀਂ ਫਰਟੀਲਾਈਜ਼ਰ, ਫੂਡ, ਇਹਦੇ ਉੱਤੇ ਫੂਡ ਦੇ ਉੱਤੇ ਬਜਟ ਜਿਹੜਾ ਸੀ 4,22,616 ਕਰੋੜ ਦਾ ਸੀ ਪਿਛਲੇ ਸਾਲ ਦਾ। ਇਹ ਮੇਨ ਮੁੱਦਾ ਹੈ ਦੇਸ਼ ਦਾ। ਤੇ ਅੱਜ ਉਹ 2,42,836 ਕਰੋੜ ਰਹਿ ਗਿਆ। ਯਾਨੀ ਕਿ 40% ਤੁਸੀਂ ਫੂਡ ਤੇ ਬਜਟ ਘਟਾਤਾ। ਇਹਦਾ ਮਤਲਬ ਤੁਸੀਂ ਪ੍ਰੋਕਿਉਰਮੈਂਟ ਵੀ ਘੱਟ ਕਰੋਗੇ, ਤੁਸੀਂ ਲੋਕਾਂ ਨੂੰ ਮਿਡ ਡੇ ਮੀਲ ਵੀ ਘੱਟ ਕਰੋਗੇ। ਇਹਦਾ ਮਤਲਬ ਪੀਡੀਐਸ ਵੀ ਤਬਾਹ ਹੋਏਗਾ। ਤੁਸੀਂ ਪੀਡੀਐਸ ਤਬਾਹ ਕਰੋਗੇ, ਡਿਸਟ੍ਰੀਬਿਊਸ਼ਨ ਸਿਸਟਮ ਤਬਾਹ ਹੋਏਗਾ। 87% ਲੋਕ ਉੱਤੇ ਡਿਪੈਂਡੈਂਟ ਹੈ, ਤਬਾਹ ਕਰੋਗੇ। ਠੀਕ ਹੈ, ਵੇਅਰ ਹਾਊਸਿੰਗ ਦਾ ਇਦਾਂ ਹੀ ਤੁਸੀਂ ਘਟਾਤਾ। ਸੋ ਜਦ ਤੁਸੀਂ ਇਦਾਂ ਹੀ ਤੁਸੀਂ ਇਹ ਬੜਾ ਰੌਲਾ ਪਾ ਰਹੇ ਨੇ। ਵੈਸੇ ਜੇ ਹੈਲਥ ਦਾ ਬਜਟ ਬੜਾ ਵਧਾਤਾ, ਮਨਰੇਗਾ ਦਾ ਘਟਾਤਾ। ਮਨਰੇਗਾ ਦਾ ਬਜਟ 1,12,000 ਕਰੋੜ ਤੋਂ ਘਟਾ ਕੇ 73,000। ਆਪਾਂ ਹੈਲਥ ਬਾਰੇ ਗੱਲ ਕਰਦੇ ਹਾਂ ਕਿਉਂਕਿ ਉਹਦੇ ਤੋਂ ਬਹੁਤ ਦਮਗੱਜੇ ਮਾਰੇ ਨੇ। ਉਹ ਤਾਂ 137% ਵਧਾਤਾ ਉਹਨੇ। 1,12,000 ਕਰੋੜ ਤੋਂ 73,000 ਕਰੋੜ ਕਰਤਾ। ਜਦ ਤੁਸੀਂ ਮਨਰੇਗਾ ਦਾ ਬਜਟ ਘਟਾਤਾ, ਮਨਰੇਗਾ ਦੀ ਸਕੀਮ ਕੌਣ ਲੈ ਰਿਹਾ? ਰੂਰਲ ਏਰੀਏ 'ਚ ਜਿਹਦੇ ਕੋਲੇ ਕੋਈ ਸੋਰਸ ਨਹੀਂ ਇਨਕਮ ਦਾ, 5 ਏਕੜ ਤੋਂ ਘੱਟ ਵਾਲਾ ਜਾਂ ਵੱਧ। ਹਮੀ ਜੀ ਐਕਸਪਲੇਨ ਟੂ ਮੀ, ਮਤਲਬ ਇਹ ਵੱਡੇ ਇੰਸਟਰੂਮੈਂਟ ਸੀ ਸਰਕਾਰ ਦੇ ਹੱਥ 'ਚ। ਇੱਕ ਜਿਹੜੀਆਂ ਇਹ ਸਕੀਮਾਂ ਨੇ, ਮੰਨ ਲਓ PM ਆਸ਼ਾ ਵਰਗੀਆਂ ਜਿਹੜੀਆਂ ਸਕੀਮਾਂ ਪਈਆਂ ਨੇ, ਜਾਂ ਜਿਹੜੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਇਹ ਤਾਂ ਮੇਜਰ ਇੱਕ ਇੰਸਟਰੂਮੈਂਟ ਸੀ। ਇਹਦਾ ਤੇ ਮੈਂ ਨਾਮ ਹੀ ਨਹੀਂ ਸੁਣਿਆ ਅਜੇ ਕਿ 4% ਸਿਰਫ ਹਾਈਕ ਹੋਈ ਹੈ। ਅਸਲ ਦੇ ਵਿੱਚ ਇਹ ਜੋ ਸਕੈਂਡਲ ਇੰਨੇ ਹੋਏ, ਫਲॉप ਹੋ ਗਈ। ਜਿਵੇਂ ਪੰਜਾਬ ਵਰਗੇ ਸੂਬੇ ਨੇ ਤਾਂ ਇਹ ਫਲੈਗਸ਼ਿਪ ਸਕੀਮ ਸੀਗੀ, ਅਦਰਵਾਈਜ਼ ਫਲੈਗਸ਼ਿਪ ਸਕੀਮ ਸੀ ਔਰ ਗਵਰਨਮੈਂਟ ਨੂੰ ਮਜਬੂਰੀ ਬਸ ਉਹ ਆਪਸ਼ਨਲ ਕਰਨੀ ਪਈ ਹੈ। ਪਹਿਲਾਂ ਉਹ ਜਿਹੜੇ ਲੋਨੀ ਫਾਰਮਰ ਸੀ ਉਹਨਾਂ ਤੇ ਕੰਪਲਸਰੀ ਕਰਤੀ। ਸੋ ਤੁਹਾਡੇ ਕੋਲ ਦੋ ਚੀਜ਼ਾਂ ਵੱਡੀਆਂ ਪਈਆਂ ਸੀਗੀਆਂ ਦਿਖਾਉਣ ਲਈ, ਇੱਕ PM ਕਿਸਾਨ ਵਾਲੀ ਤੇ ਇੱਕ ਮਨਰੇਗਾ ਵਾਲੀ। ਇਹਨਾਂ ਦੋਨਾਂ ਦਾ ਤੁਸੀਂ ਬਜਟ ਘਟਾਓਗੇ ਤੇ ਉੱਥੇ ਅੰਦੋਲਨ ਚੱਲੇਗਾ ਸਿੰਘੂ ਟੀਕਰੀ ਗਾਜ਼ੀਪੁਰ ਬਾਰਡਰ ਦੇ ਉੱਤੇ, ਤੇ ਤੁਸੀਂ ਇੱਕ ਬਿਆਨ ਤਾਂ ਦੇਣਾ ਪਏਗਾ ਕਿ ਸਰਕਾਰ ਕਿਸਾਨਾਂ ਦੇ ਹੱਕ ਵਿੱਚ ਹੈ, ਤੇ ਉਹ ਕਹਿਣਗੇ ਜੀ ਇਹ ਅੰਕੜੇ ਤੁਹਾਡੇ ਨੇ, ਬਜਟ ਤੁਸੀਂ ਪੇਸ਼ ਕੀਤਾ। ਇਹਦੇ ਤੋਂ ਲੱਗਦਾ ਇਹ ਹੈ ਕਿ ਸਰਕਾਰ ਦੀ ਮਾਨਸਿਕਤਾ ਦੇ ਵਿੱਚ, ਸੋਚ ਪ੍ਰਣਾਲੀ 'ਚ ਅਜੇ ਕੋਈ ਤਬਦੀਲੀ ਨਹੀਂ ਦਿਖਾਈ ਦੇ ਰਹੀ। ਉਹਦਾ ਕਾਰਨ ਇਹ ਹੈ ਕਿ ਜਿਹੜਾ ਕਾਰਪੋਰੇਟ ਡਿਵੈਲਪਮੈਂਟ ਦੇ ਮਾਡਲ ਦੇ ਪਿੱਛੇ ਜਿਵੇਂ ਚੱਲੀ ਹੈ, ਔਰ ਜੇ ਰੂਰਲ ਡਿਵੈਲਪਮੈਂਟ ਦੇ ਵਿੱਚ ਇੰਪਲੋਇਮੈਂਟ ਸਭ ਤੋਂ ਵੱਡਾ ਇਸ਼ੂ ਹੈ ਨਾ ਪਿੰਡ ਦਾ ਵੀ। ਹਾਲਾਂਕਿ ਡਿਮਾਂਡ ਇਹ ਹੋ ਰਹੀ ਸੀ ਬਜਟ ਤੋਂ ਪਹਿਲਾਂ ਕਿ ਜਿਵੇਂ ਰੂਰਲ ਗਰੰਟੀ ਦੀ ਸਕੀਮ ਹੈ ਨਾ, ਉਵੇਂ ਅਰਬਨ ਸ਼ਹਿਰਾਂ ਦੇ ਵਿੱਚ ਵੀ, ਕਿਉਂਕਿ ਖਾਸ ਤੌਰ ਤੇ ਕੋਵਿਡ ਤੋਂ ਬਾਅਦ ਬਹੁਤ ਜ਼ਿਆਦਾ ਜ਼ਰੂਰਤ ਸੀ। ਪਿਛਲੇ ਸਾਲ ਇਹਨਾਂ ਨੇ 61,500 ਕਰੋੜ ਰੁਪਇਆ ਰੱਖਿਆ ਮਨਰੇਗਾ ਤੇ, ਉਹ ਬਹੁਤ ਥੋੜਾ ਰਿਹਾ। ਤੇ ਚਲੋ ਕੋਵਿਡ ਆ ਗਿਆ, ਜਦੋਂ ਇੰਨੇ ਲੋਕ ਸ਼ਹਿਰਾਂ ਚੋਂ ਵਾਪਸ ਜਾਂਦੇ ਦੇਖੇ ਕਿ ਉਹਨਾਂ ਲਈ ਰੋਜੀ ਰੋਟੀ ਦਾ ਕੋਈ 40,000 ਕਰੋੜ ਰੁਪਇਆ ਐਡੀਸ਼ਨਲ ਅਨਾਉਂਸ ਕਰਤਾ।
ਔਰ ਉਹ 40,000 ਕਰੋੜ ਰੁਪਇਆ ਐਡੀਸ਼ਨਲ ਅਨਾਉਂਸ ਕਰਕੇ ਹੀ 1,11,000 ਕਰੋੜ ਰੁਪਇਆ ਖਰਚ ਹੋ ਗਿਆ ਮਨਰੇਗਾ ਤੇ, ਔਰ ਉਹ ਪਹਿਲੇ 4-5 ਮਹੀਨਿਆਂ 'ਚ ਹੀ ਹੋ ਗਿਆ, ਐਂ ਵੀ ਨਹੀਂ ਪੂਰਾ ਸਾਲ। ਦੇਸ਼ ਦੀਆਂ ਬਹੁਤ ਗਿਣਤੀ ਪੰਚਾਇਤਾਂ ਇਹੋ ਜਿਹੀਆਂ ਨੇ ਜਿਨ੍ਹਾਂ ਕੋਲ ਲਾਸਟ 4 ਮਹੀਨਿਆਂ 'ਚ ਕੋਈ ਪੈਸਾ ਖਰਚਣ ਨੂੰ ਸੀ, ਮਨਰੇਗਾ 'ਚ ਨਹੀਂ ਸੀ। ਚਾਹੀਦਾ ਇਹ ਸੀ ਕਿ ਮਨਰੇਗਾ ਤੇ ਇਹ 150 ਦਿਨ ਕਰਦੇ ਵਧਾ ਕੇ ਮਿਨੀਮਮ, ਜੇ ਜ਼ਿਆਦਾ ਨਹੀਂ ਤੇ, ਹਾਲਾਂਕਿ ਰੋਜੀ ਰੋਟੀ ਤਾਂ ਰੋਜ਼ ਚਾਹੀਦੀ ਹੈ, 150 ਦਿਨ ਕਰਦੇ ਤੇ ਨਾਲ ਦੀ ਨਾਲ ਇਹ ਹੈ ਕਿ ਉਹਦੇ 'ਚ ਜਿੰਨਾ 2 ਕਰੋੜ 79 ਲੱਖ ਬੰਦਿਆਂ ਨੇ ਨਵਿਆਂ ਨੇ ਕੰਮ ਮੰਗਿਆ ਪਿਛਲੇ ਸਾਲ ਦੇ ਮੁਕਾਬਲੇ, ਘੱਟ ਨਹੀਂ ਮੰਗਿਆ। ਤੇ ਤੁਸੀਂ ਉਹ ਬੰਦੇ ਵੀ ਕਿੱਥੇ ਗਏ, ਉਹਨਾਂ ਨੂੰ ਕੰਮ ਕਿਵੇਂ ਦਿਓਗੇ ਜਿਹੜੇ 2 ਕਰੋੜ 79 ਲੱਖ ਨੇ ਨਵਾਂ ਕੰਮ ਮੰਗਿਆ, ਤੇ ਪੁਰਾਣਾ ਤੁਸੀਂ 65,100 ਕਰੋੜ ਸੀ 73,000 ਕਰੋੜ ਤੇ ਆ ਗਏ। ਇਹ ਗੱਲ ਇੱਕ ਸਮਝ ਲੈਣ ਦਰਸ਼ਕ, ਮੈਂ ਇਹ ਮੈਂਸ਼ਨ ਕਰ ਦਿਆਂ ਕਿ ਹਿੰਦੁਸਤਾਨ ਦੀਆਂ ਸਾਰੀਆਂ ਮਿਨਿਸਟਰੀਆਂ ਦੀਆਂ ਸਾਰੀਆਂ ਸਕੀਮਾਂ ਇੱਕ ਪਾਸੇ ਤੇ ਮਨਰੇਗਾ ਉਸ ਤੋਂ ਵੱਖਰੀ ਸਕੀਮ ਹੈ। ਉਹਦਾ ਇੱਕ ਕਾਰਨ ਹੈ ਉਹ ਇਸ ਲਈ ਕਿ ਬਾਕੀ ਸਕੀਮਾਂ ਵਿੱਚ ਉਨਾ ਪੈਸਾ ਪਾਇਆ ਜਾਂਦਾ ਜਿੰਨਾ ਅਵੇਲੇਬਲ ਹੋਵੇ। ਹੁਣ ਗਰੀਬ ਦੇਸ਼ ਹੈ, ਜਿੰਨਾ ਕੋਈ ਪੈਸਾ ਹੋਏਗਾ ਉਹਦੇ ਚੋਂ ਜਿੰਨਾ ਪਾ ਸਕਦੀ ਹੈ ਸਰਕਾਰ ਪਾ ਦੇਗੀ। ਮਨਰੇਗਾ ਅਜਿਹੀ ਸਕੀਮ ਨਹੀਂ ਹੈ, ਇਹ ਡਿਮਾਂਡ ਇਲਾਸਟਿਕ ਸਕੀਮ ਨਹੀਂ ਹੈ, ਡਿਮਾਂਡ ਪਲਾਸਟਿਕ ਸਕੀਮ ਹੈ। ਜਿੰਨੀ ਡਿਮਾਂਡ ਆਏਗੀ ਉਨਾ ਪੈਸਾ ਦੇਣਾ ਪਏਗਾ, ਉਹਨਾਂ ਸਰਕਾਰ ਨੂੰ ਬਜਟ ਐਲੋਕੇਟ ਕਰਨਾ ਹੀ ਪਏਗਾ। ਸੋ ਅਸੀਂ ਉਹਦੇ ਤੇ ਆਵਾਂਗੇ ਕਿ ਇਹਨਾਂ ਵੱਡੀਆਂ ਸਕੀਮਾਂ ਦੇ ਵਿੱਚ ਸਰਕਾਰ ਅਜਿਹਾ ਕਿਉਂ ਕਰਦੀ ਹੈ ਤੇ ਹੋਰ ਉਹ ਕਿਹੜੇ ਹੈਡਸ ਨੇ ਜਿਨ੍ਹਾਂ ਵਿੱਚ ਸਰਕਾਰ ਇੱਕ ਪੋਲੀਟੀਕਲ ਆਰਗੂਮੈਂਟ ਖੜਾ ਕਰ ਸਕਦੀ ਸੀ, ਤੇ ਕਿਹੜੀ ਇਹੋ ਜਿਹੀ ਸੋਚ ਹੈ ਕਿ ਸਰਕਾਰ ਨੂੰ ਲੱਗਦਾ ਪੋਲੀਟੀਕਲੀ ਵੀ ਇਹਦੀ ਕੋਈ ਪਰਵਾਹ ਨਹੀਂ ਹੈ, ਉਹ ਅਸੀਂ ਜਿਹੜੇ ਕੇਲੇ ਲਾਏ ਨੇ ਸੜਕਾਂ ਤੇ ਉਹ ਵੀ ਆਪਣਾ ਕੰਮ ਕਰ ਦੇਣਗੇ। ਵੀਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਅਸੀਂ ਸਿੰਘੂ ਬਾਰਡਰ ਬਾਰੇ, ਗਾਜ਼ੀਪੁਰ ਬਾਰੇ ਤੇ ਟੀਕਰੀ ਬਾਰੇ, ਪਰ ਚਰਚਾ ਬਜਟ ਬਾਰੇ ਕਰ ਰਹੇ ਹਾਂ। ਉਹ ਇਸ ਲਈ ਕਿ ਇਹ ਅੰਕੜੇ, ਇਹ ਰਕਮਾਂ, ਇਹ ਪੈਸਾ ਖੇਤੀ ਵਿੱਚ, ਖੇਤੀ ਨੀਤੀਆਂ ਦੇ ਉੱਤੇ ਤੇ ਕਿਹੜੇ ਫੰਡ ਦੇ ਵਿੱਚ ਕਿੰਨਾ ਪੈਸਾ ਸਰਕਾਰਾਂ ਲਾਉਂਦੀਆਂ ਨੇ, ਇਹ ਤੈਅ ਕਰਦਾ ਕਿ ਲੋਕ ਕਿਸੇ ਦਿਨ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਹੋਣਗੇ ਜਾਂ ਗਾਜ਼ੀਪੁਰ ਸਿੰਘੂ ਟੀਕਰੀ ਦੇ ਉੱਤੇ ਬੈਠੇ ਹੋਣਗੇ। ਸੋ ਅੰਦੋਲਨ ਦੀਆਂ ਬਹੁਤ ਸਾਰੀਆਂ ਤੰਦਾਂ ਸਰਕਾਰ ਦੇ ਬਜਟ ਨਾਲ ਜੁੜੀਆਂ ਹੁੰਦੀਆਂ ਨੇ। ਇਸੇ ਲਈ ਸਾਡੇ ਨਾਲ ਜੁੜੇ ਨੇ ਡਾਕਟਰ ਪਿਆਰੇ ਲਾਲ ਗਰਗ ਜੀ ਅਤੇ ਹਮੀਰ ਸਿੰਘ ਜੀ। ਡਾਕਟਰ ਪਿਆਰੇ ਲਾਲ ਗਰਗ, ਇੱਕ ਚੀਜ਼ ਬੜੀ ਮੈਨੂੰ ਕਲੀਅਰ ਹੁੰਦੀ ਹੈ ਕਿ ਜੇ ਕੋਵਿਡ ਤੋਂ ਬਾਅਦ ਇਸ ਤਰੀਕੇ ਦੀ ਮੂਵਮੈਂਟ ਹੋਈ ਸੀ, ਮਾਈਗ੍ਰੈਂਟਸ ਇਸ ਤਰੀਕੇ ਨਾਲ ਰੁਲੇ ਸੀ ਸੜਕਾਂ ਦੇ ਉੱਤੇ, ਤੇ ਇਹੋ ਜਿਹਾ ਅੰਦੋਲਨ ਚੱਲ ਰਿਹਾ ਹੋਵੇ ਤਾਂ ਸਰਕਾਰਾਂ ਕੁਝ ਪੋਲੀਟੀਕਲ ਸਿਗਨਲਸ ਭੇਜਦੀਆਂ ਨੇ। ਕੁਝ ਇਹੋ ਜਿਹੇ ਵੀ ਸਿਗਨਲ ਹੁੰਦੇ ਨੇ ਜਿਨ੍ਹਾਂ ਤੇ ਬਹੁਤ ਪੈਸਾ ਨਹੀਂ ਲੱਗਦਾ, ਪਰ ਉਹ ਚਿੰਤਾ ਦਿਖਾਉਂਦਾ। ਸਮਬਡੀ ਇਜ਼ ਥਿੰਕਿੰਗ ਅਸੀਂ ਮਾਈਗ੍ਰੈਂਟਸ ਦਾ ਕੋਈ ਬਹੁਤ ਵੱਡਾ ਡਾਟਾਬੇਸ ਤਿਆਰ ਕਰ ਰਹੇ ਹੋਈਏ, ਉਹਨਾਂ ਦੀਆਂ ਅੱਜ ਜੌਬਸ ਕਿਹੜੀਆਂ ਨੇ, ਕਿਹੜੀਆਂ ਸਕਿਲਡ ਜੌਬਸ ਕਿੰਨੀਆਂ ਅਵੇਲੇਬਲ ਹੋ ਸਕਦੀਆਂ ਨੇ, ਇੰਟਰਨਲ ਮਾਈਗ੍ਰੇਸ਼ਨ ਵਿਦ ਇਨ ਦਾ ਸਟੇਟ ਕਿੰਨੀ ਹੁੰਦੀ ਹੈ, ਅਕ੍ਰੋਸ ਦਾ ਕੰਟਰੀ ਕਿੰਨੀ ਹੁੰਦੀ ਹੈ। ਸਾਡੇ ਕੋਲ ਉਸ ਵੇਲੇ ਦਾ ਕੋਈ ਡਾਟਾ ਨਹੀਂ ਸੀ, ਇਸ ਕਰਕੇ ਬਹੁਤ ਮੁਸ਼ਕਲਾਂ ਆਈਆਂ। ਅਸੀਂ ਇਹੋ ਜਿਹੀਆਂ ਕੋਈ ਸਕੀਮ ਹੀ ਨਹੀਂ ਸੁਣ ਰਹੇ, ਕੋਈ ਗੱਲ ਹੀ ਨਹੀਂ ਸੁਣ ਰਹੇ। ਵਾਟ ਕਾਈਂਡ ਆਫ ਅ ਗਵਰਨਮੈਂਟ ਸੇਜ਼ ਕਿ ਉਹਦੇ ਕੋਲ ਹੁਣ ਕਿਸਾਨੀ ਹਾਊਸ ਹੋਲਡਸ ਦਾ ਵੀ ਕਿਸ ਕਿਸਮ ਦਾ ਗ੍ਰੈਨੂਲਰ ਡਾਟਾ ਸਰਕਾਰ ਕੋਲ ਇਸ ਵੇਲੇ ਅਵੇਲੇਬਲ ਹੈ। ਤੁਸੀਂ ਜਿਨ੍ਹਾਂ ਬਾਰੇ ਨੀਤੀਆਂ ਬਣਾਉਣੀਆਂ ਨੇ ਉਹਨਾਂ ਬਾਰੇ ਤੱਥ ਵੀ ਤੁਸੀਂ ਕਿੰਨੇ ਕੁ ਇਕੱਠੇ ਕਰਦੇ ਹੋ। ਤੇ ਇਹ ਤਾਂ ਪਿਛਲੇ ਇੱਕ ਡਿਬੇਟ 'ਚ ਹਮੀਰ ਸਿੰਘ ਜੀ ਦੱਸ ਰਹੇ ਸੀ ਕਿ ਜਿੰਨਾ ਅਸੀਂ ਦੱਸਦੇ ਹਾਂ ਕਿ MSP ਦੇ ਉੱਤੇ ਕਿੰਨੇ ਫਾਰਮਰ ਡਿਪੈਂਡੈਂਟ ਨੇ, ਕਿੰਨਿਆਂ ਨੂੰ ਫਾਇਦਾ ਮਿਲਦਾ ਹੈ, ਉਹ ਤੱਥ 2012-13 ਦੇ NSSO ਦੇ ਸਰਵੇ ਤੇ ਹੈ। ਤਾਂ ਅਸੀਂ ਡਾਟਾ ਦੇ ਹਨੇਰੇ ਵਿੱਚ ਜੀ ਰਹੇ ਹਾਂ। ਇਹ ਬਜਟ ਦੇ ਵਿੱਚੋਂ ਵੀ ਕੁਝ ਨਹੀਂ ਦਿਖਾਈ ਦਿੰਦਾ ਕਿ ਅਸੀਂ ਕੋਈ ਚਿੰਤਾ ਸਾਨੂੰ ਹੈ। ਦੇਖੋ, ਪਹਿਲੀ ਗੱਲ ਇਹ ਹੈ ਵੀ ਦੇਸ਼ ਦੇ ਵਿੱਚ ਜਿਹੜੇ OECD ਕੰਟਰੀਜ਼ ਨੇ, 37 ਕੰਟਰੀ ਨੇ, ਡਿਵੈਲਪਡ ਨੇ, ਉਹਨਾਂ ਦੀ ਇੱਕ ਇੰਟੈਗਰੇਟਡ ਅਸੈਸਮੈਂਟ ਭਾਰਤ ਦੀ ਇੱਕ ਸੰਸਥਾ ਹੈਗੀ ਹੈ। ਉਸ ਸੰਸਥਾ ਨੇ ਕਿਹਾ ਵੀ 2001 ਤੋਂ ਲੈ ਕੇ 2016-17 ਤੱਕ ਭਾਰਤ ਦੇ ਕਿਸਾਨਾਂ ਨੂੰ ਖੇਤੀ ਦੇ ਵਿੱਚ 44 ਲੱਖ ਕਰੋੜ ਰੁਪਏ ਦਾ ਘਾਟਾ ਪਿਆ, ਯਾਨੀ ਕਿ ਉਹਨਾਂ ਨੂੰ ਜੋ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ। ਇਹ ਉਹ ਸੰਸਥਾ ਦੇ ਅੰਕੜੇ ਨੇ, ਮੇਰੇ ਤਾਂ ਹੈ ਨਹੀਂ। ਉਹ ਇੰਟਰਨੈਸ਼ਨਲ ਲੈਵਲ ਦੀ ਸੰਸਥਾ ਹੈ ਔਰ ਦੇਸ਼ ਦੇ ਵਿੱਚ ਉਹਦੀ ਬ੍ਰਾਂਚ ਹੈ, ਰਿਸਰਚ ਕਰਦੀ ਹੈ। ਦੂਜਾ, ਇਹਦੇ ਵਿੱਚ ਜਿਹੜੀ ਤੁਸੀਂ ਗੱਲ ਕਹੀ ਹੈ, ਇਹ ਗੱਲ ਕਰਦਾ ਹੈ, ਇਹ ਆਪ ਹੀ ਕਹਿੰਦੇ ਵੀ 14.5 ਕਰੋੜ ਕਿਸਾਨ ਹੈ। ਇਹ ਤਾਂ ਆਪੇ ਮੰਨੇ ਨੇ, ਇਹਨਾਂ ਦਾ ਡਾਟਾ ਹੈ ਕਿ 24 ਕਰੋੜ ਟੋਟਲ ਹਾਊਸ ਹੋਲਡ ਨੇ ਇੰਡੀਆ 'ਚ। 138 ਕਰੋੜ ਦੀ ਆਬਾਦੀ ਹੈ, 5 ਐਵਰੇਜ ਸਾਈਜ਼ ਹੈ, 24 5 120, ਠੀਕ ਹੈ, 5 ਸਾਢੇ 24-25 ਕਰੋੜ। ਸੋ ਇਹਦਾ ਮਤਲਬ ਤਕਰੀਬਨ 60% ਜਿਹੜੇ ਪਰਿਵਾਰ ਨੇ ਉਹ ਕਿਸਾਨ ਪਰਿਵਾਰ ਨੇ, ਰੂਰਲ ਇਕੋਨਮੀ ਤੇ ਡਿਪੈਂਡੈਂਟ ਨੇ। ਉਹ ਜਿਹੜੇ ਨੇ ਉਹ ਤਾਂ ਕਿਸਾਨ ਹੋ ਗਏ ਨਾ। ਬਾਕੀ ਉਹ ਪਰਿਵਾਰ ਨੇ ਜਿਹੜੇ ਤੇ ਅਦਰਵਾਈਜ਼ ਡਿਪੈਂਡੈਂਟ ਨੇ, ਜਿਹੜੇ ਖੇਤ ਮਜ਼ਦੂਰ ਨੇ, ਜਿਹੜੇ ਉੱਥੇ ਦੁਕਾਨ ਕਰਦੇ ਨੇ, ਜਿਹੜੇ ਸਬਜ਼ੀ ਵੇਚਦੇ ਨੇ, ਐਂਸਿਲਰੀ ਜਿਹੜੇ ਅਦਰ ਜੌਬਸ ਨੇ, ਡਿਪੈਂਡੈਂਟ ਔਨ ਐਗਰੀਕਲਚਰ। ਸੋ ਜੇ ਅਸੀਂ ਦੇਖੀਏ, ਪਹਿਲੀ ਗੱਲ ਆਪਾਂ ਇਕੋਨਮੀ ਨੂੰ ਇਸ ਤਰੀਕੇ ਨਾਲ ਦੇਖਣੀ ਲੋੜ ਹੈ। ਬਜਟ ਜੋ ਮੌਕਾ, ਬਿਲਕੁਲ ਠੀਕ ਹੈ ਤੁਸੀਂ, ਇਹ ਮੌਕਾ ਸੀ ਇਕੋਨਮੀ ਦੇ ਵਿੱਚ ਜੌਬ ਕ੍ਰੀਏਟ ਕੌਣ ਕਰ ਰਿਹਾ, ਉਹਦੇ 'ਚ ਪੈਸਾ ਲਾਉਣ ਦਾ। ਜੌਬ ਅੱਜ ਇਕੋਨਮੀ 'ਚ ਪੂਰੇ ਇਹਨਾਂ ਦੇ ਅਰਥ ਸ਼ਾਸਤਰੀ ਇਹਨਾਂ ਦੇ ਵੀ ਮੰਨਦੇ ਨੇ ਇਹ
ਵੀ ਜਿਹੜਾ ਛੋਟਾ ਫਾਰਮਰ ਹੈ, ਛੋਟਾ ਦੁਕਾਨਦਾਰ ਹੈ, ਇਹ ਜੌਬ ਜ਼ਿਆਦਾ ਕ੍ਰੀਏਟ ਕਰ ਰਿਹਾ, ਇਹ ਜਨਰੇਟ ਜ਼ਿਆਦਾ ਕਰ ਰਿਹਾ ਵੈਲਥ। ਪਰ ਇਹਨਾਂ ਦੀ ਜਿਹੜੀ ਈਵਨ ਸਮਾਰਟ ਸਕੇਲ ਇੰਡਸਟਰੀ, ਲਘੂ ਉਦਯੋਗ ਜਿਹੜੇ ਨੇ, ਘਰੇਲੂ ਉਦਯੋਗ, ਬੰਦਿਆਂ ਨੂੰ ਛੋਟਾ ਬਿਜ਼ਨਸ, ਛੋਟੀ ਕਿਸਾਨੀ ਜ਼ਿਆਦਾ ਸਾਂਭਦੀ ਹੈ। ਹਾਂ, ਉਹ ਪੈਸੇ ਘੱਟ ਖਰਚਦੇ ਨੇ, ਟੈਕਨੋਲੋਜੀ ਘੱਟ ਲਾਉਂਦੇ ਨੇ, ਪਰ ਬੰਦਿਆਂ ਨੂੰ ਜ਼ਿਆਦਾ ਰੁਜ਼ਗਾਰ ਦਿੰਦੇ ਨੇ। ਬੰਦਿਆਂ ਨੂੰ ਜ਼ਿਆਦਾ ਟ੍ਰਾਂਸਲੇਸ਼ਨ ਕਰਦੀ ਕਿ ਇਨਐਫੀਸ਼ੀਐਂਟ ਪ੍ਰੋਡਕਸ਼ਨ ਹੈਗੀ ਇਹਨਾਂ ਦੀ। ਮੈਂ ਉਸੇ 'ਤੇ ਆਉਣਾ, ਜਿਹੜਾ ਤੁਸੀਂ ਇਹ ਦੋ ਗੱਲਾਂ ਸਰਕਾਰ ਦੇ ਨੈਰੇਟਿਵ ਨੂੰ ਮੈਂ ਚੈਲੰਜ ਕਰਨਾ। ਇੱਕ ਤਾਂ ਇਹ ਵੀ ਇਹ ਤਾਂ ਜੀ ਲੈਸ ਪ੍ਰੋਡਕਸ਼ਨ ਹੈ, ਇਨਐਫੀਸ਼ੀਐਂਟ ਹੈ। ਮੈਂ ਇਹ ਕਹਿਣਾ ਜਿਹੜੀ ਐਫੀਸ਼ੀਐਂਟ ਪ੍ਰੋਡਕਸ਼ਨ ਹੈ ਉਹਦੇ ਨਾਲ ਕਿੰਨੇ ਬੰਦਿਆਂ ਨੂੰ ਰੁਜ਼ਗਾਰ ਦਿੱਤਾ? ਐਫੀਸ਼ੀਐਂਟ ਬਣ ਰਿਹਾ, ਉਹ ਐਫੀਸ਼ੀਐਂਟ ਹੈ। ਭੱਠ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਮੈਂ ਉਸ ਐਫੀਸ਼ੀਐਂਸੀ ਤੋਂ ਕੀ ਕਰਨਾ ਹੈ ਜਿਹੜਾ ਮੇਰੇ ਦੇਸ਼ ਦੇ 60% ਲੋਕਾਂ ਨੂੰ ਭੁੱਖਾ ਮਾਰ ਦੇ, ਬੇਘਰੇ ਬਣਾ ਦੇ, ਬੇਰੁਜ਼ਗਾਰ ਬਣਾ ਦੇ, ਉਹਨਾਂ ਨੂੰ ਗੁੰਡੇ ਬਦਮਾਸ਼ ਬਣਾਉਣ ਦੀ ਕੋਸ਼ਿਸ਼ ਕਰੇ। ਸੋ ਇਸ ਕਰਕੇ ਇਹਦਾ ਮਤਲਬ ਇਹ ਕਹਿਣਾ ਵੀ ਉਹ ਐਫੀਸ਼ੀਐਂਟ ਹੈ ਫਾਰ ਵਾਟ, ਫਾਰ ਹੂਮ, ਇਹ ਉਹੀ ਜਿਹਾ ਗੱਲ ਹੈ ਵੀ ਤੁਸੀਂ ਜੀ ਆਪਣਾ ਦੁੱਧ ਇਹ ਆਪਣੀ ਜ਼ਮੀਨ ਵੇਚ ਕੇ ਨਾ ਪੈਸੇ ਬੈਂਕ 'ਚ ਰੱਖ ਲਓ, ਤੁਹਾਨੂੰ ਇੰਨੇ ਪੈਸੇ ਵਿਆਜ ਆ ਕਰੋ, ਇਹ ਜ਼ਿਆਦਾ ਪ੍ਰੋਡਕਟਿਵ ਹੋ ਗਿਆ। ਇਹ ਜਿਹੜੇ ਫਾਰਮੂਲੇ ਨੇ ਨਾ ਉਹ ਦਿੰਦੇ ਨੇ ਜਿਹੜੇ ਕੁਝ ਗੱਲਾਂ ਤਾਂ ਸਰਕਾਰ ਨਹੀਂ। ਮੈਂ ਦੂਜੀ ਗੱਲ ਜਿਵੇਂ ਤੁਸੀਂ ਡੈਫੀਸਿਟ ਬਜਟ ਦੀ ਕਰੀ ਸੀ ਜੀ, ਫਿਸਕਲ ਡੈਫੀਸਿਟ ਜਿਹੜਾ ਫਿਸਕਲ ਡੈਫੀਸਿਟ ਦੀ ਵੀ ਇਹਨਾਂ ਨੇ ਸਵਾਗਤ ਹੋ ਰਿਹਾ, ਇਹਨਾਂ ਨੇ ਮੈਨੇਜ ਕਰਿਆ। ਨਹੀਂ, ਉਹ ਸਵਾਗਤ ਕਰਨਾ, ਉਹਦਾ ਸਵਾਗਤ ਤਾਂ ਬੜਾ ਕੁਝ ਕਰੀ ਜਾ ਰਹੇ ਨੇ। ਸਵਾਗਤ ਨੂੰ ਆਪਾਂ ਨਾ ਕਹੀਏ, ਸਵਾਗਤ ਤਾਂ ਸਰਕਾਰ ਫਿਸਕਲ ਡੈਫੀਸਿਟ ਦੇ ਨਾਮ ਤੇ ਸਪੈਂਡਿੰਗ 'ਚ ਪੈਸਾ ਨਹੀਂ ਸੀ ਲਾਉਂਦੀ, ਹੁਣ ਘੱਟੋ ਘੱਟ ਉਹ 100 ਤੋੜੀ ਹੈ। ਤੁਸੀਂ ਦੇਖੋ ਪਿਛਲੇ ਸਾਲ ਆਪਾਂ ਕੰਪੇਅਰ ਕਰੀਏ, ਜਿਹੜਾ ਬੜਾ ਵੈਲਕਮ ਕਰ ਰਿਹਾ 3.5% ਨੂੰ ਆਈਡੀਅਲ ਮੰਨ ਕੇ ਬੈਠੇ। ਮਾਫ ਕਰਨਾ 26 ਲੱਖ ਕਰੋੜ ਦਾ ਬਜਟ ਸੀ 2019-20 ਦਾ, ਤੇ ਜਿਹੜਾ 20-21 ਦਾ ਬਜਟ ਸੀ ਉਹ 30 ਲੱਖ ਕਰੋੜ ਦਾ ਸੀ, 4 ਲੱਖ ਕਰੋੜ ਹੀ ਵਧਿਆ ਸੀ। ਐਤਕੀ 34 ਲੱਖ ਕਰੋੜ ਹੈ। ਸੋ ਵਧਿਆ ਕੀ ਹੈ, ਮੇਰਾ ਇਹ ਸਵਾਲ ਹੈ। ਸੋ ਇਸ ਕਰਕੇ ਇਹ ਕਹਿਣਾ ਵੀ ਫਿਸਕਲ ਡੈਫੀਸਿਟ ਵੀ ਜਿਵੇਂ ਐਤਕੀ ਇਹਨਾਂ ਨੇ ਬੜਾ ਝੁੱਲੂ ਕਰ ਰਿਹਾ, ਬੜਾ ਵਧੀਆ ਕੰਮ ਕਰਤੀ, ਪਹਿਲਾਂ ਕਰੀ ਆਪਾਂ ਕਿਸੇ ਨੇ ਐਫਆਰਬੀਐਮ ਤੇ ਗੱਲ ਕਰ ਲਾਂਗੇ, ਫਿਰ ਮੈਂ ਮੈਂ ਇਸ ਗੱਲ ਦੇ ਉੱਤੇ ਆਉਣਾ ਵੀ ਜਦ ਤੁਸੀਂ ਰੂਰਲ ਇਕਨੋਮੀ ਦੀ ਗੱਲ ਕਰਦੇ ਹੋ, ਸਸਟੇਨੇਬਲ ਡਿਵੈਲਪਮੈਂਟ, ਯਾਨੀ ਕਿ ਟਿਕਾਊ ਵਿਕਾਸ ਦਾ ਟਿਕਾਊ ਮਾਡਲ, ਵਿਕਾਸ ਦਾ ਟਿਕਾਊ ਮਾਡਲ ਕਿਵੇਂ ਇਸ ਬਜਟ 'ਚ ਹੋ ਸਕਦਾ ਸੀ, ਔਰ ਇਹਦੇ ਵਿੱਚ ਕਾਰਪੋਰੇਟ ਦਾ ਘਰ ਪੂਰੇ ਕਰਦੇ ਹੋਏ ਵੀ ਹੋ ਸਕਦਾ ਸੀ ਜੇ ਇੰਨੇ ਵਾਅਦਾ ਕਰਦੇ। ਜਿਹੜਾ ਦੇਖੋ ਜਿਹੜੀਆਂ ਗੱਲਾਂ ਜਿੱਥੇ ਸਰਕਾਰ ਨੇ ਚੰਗੀਆਂ ਕੀਤੀਆਂ ਨੇ, ਜਾਂ ਘੱਟੋ ਘੱਟ ਉਹ ਕਹਿੰਦੇ ਨੇ ਕਿ ਅਸੀਂ ਚੰਗੀਆਂ ਕੀਤੀਆਂ ਨੇ, ਉਹ ਕਹਿੰਦੇ ਨੇ ਅਸੀਂ ਕ੍ਰੈਡਿਟ ਦੀ ਐਕਸੈਸ ਵਧਾ ਰਹੇ ਹਾਂ ਫਾਰਮਰਸ ਦੀ। 16.5 ਲੱਖ ਕਰੋੜ ਦੀ ਉਹ ਫਿਗਰ ਹੈ ਜਿਹੜੀ ਉਹਨਾਂ ਨੇ ਕ੍ਰੈਡਿਟ ਐਕਸੈਸ ਵਧਾਣੀ ਹੈ। ਮੈਂ ਮੰਨਦਾ ਇੱਕ ਕ੍ਰਿਟਿਸਿਜ਼ਮ ਹੈ ਕਿ ਜੀ ਇਹਦੇ ਤਾਂ ਵੱਡੇ ਹਾਊਸਿਸ ਜ਼ਿਆਦਾ ਲੈ ਲੈਣਗੇ, ਕਿਸਾਨ ਘੱਟ ਲੈ ਲੈਣਗੇ, ਬਟ ਦੇਅਰ ਇਜ਼ ਸਮਥਿੰਗ ਦਾ ਗਵਰਨਮੈਂਟ ਸੇਜ਼ ਅਬਾਊਟ ਇਟ। ਟੈਲ ਮੀ ਅਬਾਊਟ ਦਿਸ ਫਸਟ ਆਫ ਆਲ ਕਿ ਇਹ ਪੈਸਾ ਕੀ ਮਾਇਨਾ ਰੱਖਦਾ ਹੁੰਦਾ, ਕਿਸਾਨਾਂ ਨੂੰ ਇਹਦਾ ਕੀ ਫਾਇਦਾ ਹੁੰਦਾ? 16.5 ਲੱਖ ਕਰੋੜ ਰੁਪਇਆ ਬਹੁਤ ਵੱਡੀ ਰਕਮ ਹੁੰਦੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਹਾਲਾਤ ਦੇਖਣ ਦਾ ਸਵਾਲ ਹੈ। ਕਿਸਾਨ ਜਿਹੜੀਆਂ ਸਟੇਟਾਂ ਉਹ ਨੇ ਜਿਨ੍ਹਾਂ ਨੂੰ ਅਸੀਂ ਖੇਤੀ 'ਚ ਪ੍ਰੋਗਰੈਸਿਵ ਸਟੇਟਾਂ ਕਹਿੰਦੇ ਹਾਂ ਜੀ, ਉਹਦਾ ਕਿਸਾਨ ਤਾਂ ਕਰਜ਼ੇ ਦੇ ਬੋਝ ਕਰਕੇ ਖੁਦਕਸ਼ੀ ਕਰ ਰਿਹਾ ਹੈ। ਉਹਨੂੰ ਕਰਜ਼ੇ ਤੋਂ ਰਿਲੀਫ ਦੇਣ ਦਾ ਕੁਐਸਚਨ ਹੈ। ਪ੍ਰੋਗਰੈਸਿਵ ਸਟੇਟਸ 'ਚ ਕਿਸਾਨ ਖੁਦਕੁਸ਼ੀ ਕਰ ਰਿਹਾ। ਹਾਂ, ਤਰੱਕੀ ਯਾਫਤਾ 'ਚ ਕਰ ਰਿਹਾ, ਦੂਜੇ 'ਚ ਜੇ ਨਹੀਂ ਕਰ ਰਿਹਾ ਉਹ ਹੋਰ ਇੱਕ ਅਲੱਗ ਮਾਮਲਾ ਹੈ, ਉਹਦੀ ਲੌਜਿਕ ਅਲੱਗ ਹੈ ਕਿਉਂ ਨਹੀਂ ਹੋ। ਇਸ ਕਰਕੇ ਤੁਹਾਨੂੰ ਇਹ ਹੈ ਜਿਹੜਾ ਫਾਰਮਰ ਦੇ ਦੋ ਮੇਜਰ ਡਿਮਾਂਡ ਸੀ, MSP ਲੀਗਲਾਈਜ਼ ਤੇ ਕਰਜ਼ਾ ਮਾਫੀ। ਕਰਜ਼ਾ ਮਾਫੀ ਦੀ ਡਿਮਾਂਡ ਹੈ, ਕਰਜ਼ੇ ਤੋਂ ਰਿਲੀਫ ਦੀ ਡਿਮਾਂਡ ਹੈ। ਜਦੋਂ ਤੁਸੀਂ ਕਾਰਪੋਰੇਟ ਦਾ ਜਿਹੜਾ ਬੈਡ ਡੈਟ ਕਹਿ ਕੇ NPA ਬਣਾ ਕੇ 17 ਲੱਖ ਕਰੋੜ ਤੱਕ ਉਹ ਕਰ ਸਕਦੇ ਹੋ, ਤੇ ਇਹ 16.5 ਲੱਖ ਕਰੋੜ ਹੈ, ਤੇ ਇਦੋਂ ਪਹਿਲਾਂ 12 ਲੱਖ ਕਰੋੜ ਸੀ, ਵੱਖ-ਵੱਖ ਟਾਈਪ ਦਾ ਕਰਜ਼ਾ ਸੀ। ਉਹ ਕਹਿੰਦੇ ਇੱਕ ਵਾਰ ਸਾਨੂੰ ਵੀ ਬੈਡ ਡੈਟ ਕਹਿ ਕੇ ਇੱਕ ਵਾਰ ਤਾਂ ਮਾਫ ਕਰ ਦਿਓ ਨਾ, ਉਦੋਂ ਬਾਅਦ ਦੇਖਾਂਗੇ। ਉਧਰ ਤਾਂ ਸਕੀਮ ਹੀ ਬੜੀ ਵਧੀਆ ਬਣਾਈ, ਉਹ ਕਹਿੰਦੇ ਕਿ ਬੈਡ ਡੈਟ ਬੈਂਕ ਬਣਾ ਦੇਾਂਗੇ। ਇਹੀ ਸਾਰੇ ਜਿਹੜਾ ਕਰਜ਼ਾ ਉਹ ਇੱਕ ਘਾਟੇ ਵਾਲਾ ਬੈਂਕ ਬਣਾਏਗੀ ਸਰਕਾਰ। ਤੁਹਾਡੀ ਅਪਰੋਚ ਕਿੱਧਰ ਨੂੰ ਜਾਂਦੀ ਹੈ? ਤੇ ਇਹਦੇ ਚੋਂ ਵੀ ਜਿਹੜਾ ਫਿਰ ਉਹ ਹੁਣ ਵੱਡੇ ਉਹਦੇ 'ਚ ਤੁਸੀਂ ਖੁੱਲਾ ਛੱਡਤਾ। ਪਹਿਲਾਂ ਤਾਂ ਚਲੋ ਜਦੋਂ ਕਰਜ਼ਾ ਦਿੰਦਾ ਸੀ, ਕ੍ਰੈਡਿਟ ਸੀ, ਰੂਰਲ ਕ੍ਰੈਡਿਟ ਫਾਰਮਿੰਗ ਦਾ ਨਾ, ਉਹ ਫਾਰਮਰ ਨੂੰ ਮਿਲਦਾ ਸੀ। ਚਲਦੇ ਉਹਦੇ 'ਚ ਅਮੈਂਡਮੈਂਟਸ ਤੁਸੀਂ ਸਟਾਰਟ ਕਰਨ ਲੱਗੇ। ਜਿਵੇਂ ਪੀਸਾਈ ਨਾਲ ਉਹਨਾਂ ਨੇ ਐਗਜ਼ਾਮਪਲ ਮੁੰਬਈ ਦੀ ਦਿੱਤੀ ਸੀ ਨਾ, ਕਿ ਮਹਾਰਾਸ਼ਟਰ ਦਾ ਟੋਟਲ ਜਿਹੜਾ ਫਾਰਮਰ ਕ੍ਰੈਡਿਟ ਹੈ ਪਿਛਲੇ ਸਾਲ ਦਾ, ਉਹ 53% ਮੁੰਬਈ ਲੈ ਗਈ। ਬੰਬੇ ਸਾਰੇ ਤੇ ਖੇਤੀ ਹੋ ਗਈ ਹੋਣੀ ਹੈ। ਖੇਤੀ ਕਿੱਥੇ ਹੋ ਗਈ? ਝੋਨਾ ਲੱਗਾ ਹੋਣਾ ਸ਼ਾਇਦ ਮੁੰਬਈ ਦੀਆਂ ਸੜਕਾਂ ਤੇ। ਉਹਦਾ ਮਤਲਬ 53% ਮਹਾਰਾਸ਼ਟਰ ਦਾ ਪੂਰਾ, ਹਾਂ, ਉਹ ਬੰਬਈ ਦੇ ਕੋਲ ਚਲਾ ਜਾਂਦਾ। ਸੋ ਆਬਵੀਅਸਲੀ ਜਿਹੜੀਆਂ ਐਗਰੀਕਲਚਰ ਨਾਲ ਰਿਲੇਟਡ ਇੰਡਸਟਰੀਜ਼ ਹੋਣਗੀਆਂ ਉਹ ਲੈ ਲੈਂਦੀਆਂ ਹੋਣਗੀਆਂ। ਹਾਂ, ਉਹੀ ਉਹ ਲੈ ਲੈਂਦੇ ਨੇ, ਫਿਰ ਉਹ ਬੈਡ ਬੀਟ। ਸ਼ਰਾਬ ਦੀ ਇੰਡਸਟਰੀ ਲਵੇ, ਐਗਰੋ ਇੰਡਸਟਰੀ ਤੇ ਹੈ ਹੀ ਹੈ ਨਾ। ਸ਼ਰਾਬ ਦੀ ਲਾਦਾ, ਮੋਲੈਸਿਸ ਦੀ ਲਾਦਾ, ਇੱਕ ਕਾਗਜ਼ ਬਣਿਆ ਕਰੇਗਾ, ਤੇ ਖੇਤੀ ਦੇ ਕਰਜ਼ਾ ਗਿਣਿਆ ਜਾਏਗਾ ਸਾਰਾ। ਉਹ NPA ਬਣ ਜਾਂਦਾ, ਉਦੋਂ ਬਾਅਦ ਵੀ NPA ਬਣ ਜਾਂਦਾ ਹੈ, ਉਹ ਤੇ ਸਰਕਾਰ ਨੂੰ ਕੋਈ ਪ੍ਰੋਬਲਮ ਨਹੀਂ, ਫਿਰ ਵੇਵ ਆਫ ਹੋ ਜਾਏਗਾ। ਫਾਰਮਰ ਦਾ ਇਹ ਸਵਾਲ ਹੈ ਜਿਹਨੂੰ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਇੰਨਾ ਦੇ ਰਹੇ ਹਾਂ, ਉਹਦੇ ਕਰਜ਼ੇ ਦੀ ਮਾਫੀ ਜਾਂ ਕਰਜ਼ਾ ਮੈਨੇਜ ਕਰਨ ਦਾ ਕੋਈ ਤਰੀਕਾ ਨਹੀਂ ਹੈ ਬਜਟ ਦੇ ਵਿੱਚ, ਨਾ ਹੀ ਸੁਝਾਇਆ ਗਿਆ। ਔਰ ਜਿਹੜੇ ਕਿ ਬੇਸਿਕ ਸਮੱਸਿਆ ਇਮੀਡੀਏਟ ਕਨਫਰੰਟ ਕਰ ਰਿਹਾ ਫਾਰਮਰ। ਇਹ ਤੋਂ ਇਲਾਵਾ ਰੂਰਲ ਡਿਵੈਲਪਮੈਂਟ ਦੀਆਂ ਹੋਰ ਵੀ ਚੀਜ਼ਾਂ ਕਿੰਨੀਆਂ ਹੀ ਨੇ ਕਿ ਰੂਰਲ ਡਿਵੈਲਪਮੈਂਟ ਦਾ ਪਿਛਲੇ ਸਾਲ 69,800 ਕੁਛ ਕਰੋੜ ਰੁਪਈਆ ਰੂਰਲ ਡਿਵੈਲਪਮੈਂਟ ਦਾ ਬਜਟ ਸੀ, ਪੰਚਾਇਤਾਂ ਦਾ। ਰੂਰਲ ਜਿਹੜਾ ਉਸ ਲੈਵਲ ਤੇ ਰੂਰਲ ਡਿਵੈਲਪਮੈਂਟ
ਤੇ ਇਸ ਵਾਰ ਤੁਸੀਂ ਘਟਾ ਕੇ ਉਹ ਕਰਤਾ 44,000 ਕਰੋੜ ਰੁਪਏ। ਪਿੰਡ ਘਟ ਗਏ ਨੇ ਦੋਸਤਾਂ ਦੇ 25,000 ਕਰੋੜ ਲਾਸ ਹੈ। ਕੀ ਹੋ ਗਿਆ ਉੱਥੇ? ਬਹੁਤ ਡਿਵੈਲਪਮੈਂਟ ਪਹਿਲਾਂ ਹੀ ਹੋ ਗਈ, ਉੱਥੇ ਲੋੜ ਨਹੀਂ ਕਿਸੇ ਚੀਜ਼ ਦੀ। ਕੀ ਹੋ ਗਿਆ? ਐਂਡ ਵੀ ਕਮ ਬੈਕ ਟੂ ਦਾ ਪੋਲੀਟੀਕਲ ਕੁਐਸਚਨ। ਮਤਲਬ ਮੈਨੂੰ ਇਹ ਦੱਸੋ, ਪੈਸਾ ਜਿਸ ਵੇਲੇ ਇਕੱਠਾ ਪਿਆ ਹੁੰਦਾ ਨਾ ਹਮੀਰ ਜੀ, ਤੇ ਮੇਰੀ ਇੱਕ ਇੰਟਰਸਟ ਤਾਂ ਇਹ ਹੈਗਾ ਵੀ ਮੈਂ ਜਿਨ੍ਹਾਂ ਦਾ ਯਾਰ ਹੈਗਾ ਉਹਨਾਂ ਦੇ ਮੈਂ ਫਾਇਦੇ ਕਰਦਾ, ਦੈਟਸ ਅ ਡਿਫਰੈਂਟ ਥਿੰਗ। ਇੱਕ ਮੇਰਾ ਹੋਰ ਵੀ ਇੰਟਰਸਟ ਹੈ, ਮੈਂ ਸੱਤਾ ਵਿੱਚ ਵੀ ਤਾਂ ਰਹਿਣਾ ਚਾਹਨਾ। ਬਿਲਕੁਲ। ਇਹ ਸਿੰਘੂ ਟਿਕਰੀ ਗਾਜ਼ੀਪੁਰ ਜੋ ਕਰ ਰਹੇ ਨੇ, ਇਹ ਮੇਰੀ ਸੱਤਾ ਨੂੰ ਜੇ ਚੈਲੰਜ ਹੋਵੇਗਾ, ਮੈਂ ਘੱਟੋ ਘੱਟ ਇੱਕ ਪੋਲੀਟੀਕਲ ਕਾਸਟ ਇਸ ਵਾਰੀ ਦੇ ਦਿੰਦਾ। ਇਸ ਵਾਰੀ ਮੈਂ ਇੰਨਾ ਪੈਸਾ ਇਹੋ ਜਿਹੇ ਜਗ੍ਹਾ ਤੇ ਰੱਖ ਦਿੰਦਾ, ਸੁੱਟ ਦਿੰਦਾ, ਪਾ ਦਿੰਦਾ ਕਿ ਮੈਂ ਸੀਨਾ ਤਾਣ ਕੇ ਕਹਿ ਸਕਾਂ ਕਿ ਆਹ ਪਈਆਂ ਸਾਡੀਆਂ ਐਲੋਕੇਸ਼ਨਸ, ਇਸ ਸਕੀਮ ਤੇ ਇੰਨਾ ਪੈਸਾ ਲਾਤਾ, ਇਸ ਸਕੀਮ ਤੇ ਇੰਨਾ ਪੈਸਾ ਲਾਤਾ। ਦੱਸੋ ਮੈਂ ਕਿਵੇਂ ਹਾਂ ਕਿਸਾਨ ਵਿਰੋਧੀ, ਜਿਹੜਾ ਤੁਸੀਂ ਰੌਲਾ ਭਰ ਕੇ ਆ। ਅਸਲ ਚ ਸਾਡੀ ਜਿਹੜੀ ਪੋਲਿਟਿਕਸ ਹੈ, ਸਾਡੀ ਪੋਲਿਟਿਕਸ ਨਹੀਂ ਕੀਤਾ। ਵਾਈ ਹੈਵ ਉਹ ਇਸ ਕਰਕੇ ਨਹੀਂ ਕੀਤਾ ਕਿ ਪਿਛਲੇ ਸਾਲਾਂ ਤੋਂ ਲਗਾਤਾਰ ਤੁਸੀਂ ਆ ਪਿਛਲੀ 2019 ਦੀ ਪਾਰਲੀਮੈਂਟ ਦੇਖੋ ਤੇ ਉਦੋਂ ਪਹਿਲਾਂ 2014 ਦੀ ਪਾਰਲੀਮੈਂਟ ਦੇਖੋ, ਤੇ ਉਹ ਪਾਰਲੀਮੈਂਟ ਚ ਕੀ ਸੀ? ਹਰ ਇੱਕ ਦੇ ਖਾਤੇ 15 ਲੱਖ ਕਰੋੜ ਆਏਗਾ ਜੁਮਲਾ ਸੀ, ਪਰ ਫਿਰ ਵੀ 19 ਚ ਕਿਵੇਂ ਜਿੱਤਿਆ? ਤੇ ਉਦੋਂ ਪਹਿਲਾਂ MS ਸਵਾਮੀਨਾਥਨ ਰਿਪੋਰਟ ਲਾਗੂ ਕਰਾਂਗੇ ਤੇ ਤੁਸੀਂ ਸੁਪਰੀਮ ਕੋਰਟ 'ਚ ਹਲਫੀਆ ਬਿਆਨ ਦੇ ਦਿੰਦੇ ਹੋ, ਤੇ ਫਿਰ ਇੱਕ ਪਰਿਭਾਸ਼ਾ ਹੀ ਬਦਲ ਕੇ ਕਹਿ ਦਿੰਦੇ ਹੋ ਸਵਾਮੀਨਾਥਨ ਦੇਤਾ। ਉਹਦੇ 'ਚ ਕੀ ਹੋਇਆ? ਉਹਦੇ 'ਚ ਇਹ ਹੋਇਆ ਕਿ ਇੱਕ ਅਲਾਈਨਮੈਂਟ ਕੀਤੀ। ਇਹ ਪੋਲਿਟਿਕਸ ਜਿਹੜੀ ਹੈ ਕਾਰਪੋਰੇਟ ਲੈਡ ਜਿਹੜਾ ਇਕਨੋਮਿਕਸ ਦੀ ਤੇ ਸੋਸ਼ਲ ਸੈਕਟਰ ਦੇ ਵਿੱਚ ਉਹ ਹਿੰਦੂਤਵ ਦੀ ਇੱਕ ਮੈਜੋਰਿਟੇਰੀਅਨ ਜਿਹੜੇ ਲੋਕਾਂ ਦਾ ਇੱਕ ਮਾਈਂਡ ਸੈੱਟ ਬਣਾ ਕੇ ਹਜੂਮ ਦੇ ਰੂਪ ਦੇ ਵਿੱਚ ਉਹਦੇ ਨਾਲ ਵੋਟ ਲੈਣ ਦਾ ਸਵਾਲ ਹੈ, ਪੈਸੇ ਨਾਲ ਤੇ ਧਾਰਮਿਕ ਉਹ ਹਿੰਦੂਤਵ ਦਾ ਇੱਕ ਏਜੰਡੇ ਦੇ ਰਾਹੀਂ। ਉਹਦੇ 'ਚੋਂ ਫਿਰ ਇਹਨਾਂ ਨੇ ਕੀ ਕੀਤਾ ਇਤਕੀ ਕਿ ਆਪਾਂ ਜੰਮੂ ਕਸ਼ਮੀਰ ਤੋੜਤਾ, ਪੂਰਾ ਕਰਤਾ, ਆਪਾਂ ਰਾਮ ਮੰਦਿਰ ਬਣਾਤਾ, ਪੂਰਾ ਕਰਤਾ। ਆਪਣੇ ਨਾਲ ਮੈਜੋਰਿਟੇਰੀਅਨ ਸੈਟਅਪ ਹੈਗਾ ਹੀ ਹੈਗਾ, ਉਹ ਤਾਂ ਟਵਿੱਟਰ ਤੇ ਬਾਕੀ ਜਗ੍ਹਾ ਤੇ ਸੋਸ਼ਲ ਮੀਡੀਆ ਤੇ ਸਾਡੇ ਨਾਲ ਹੈ। ਇਸ ਲਈ ਉਹਨੂੰ ਜਿਹੜਾ ਹਿਊਮਨਿਟੇਰੀਅਨ ਇੱਕ ਐਂਗਲ ਹੁੰਦਾ ਹੈ, ਇਨਸਾਨੀਅਤ ਦਾ ਐਂਗਲ ਹੁੰਦਾ ਕਿ ਕੰਟਰੀ ਇਨਸਾਨਾਂ ਨਾਲ ਬਣਦੀ ਹੈ, ਇਹ ਅਪਰੋਚ ਮਿਸਿੰਗ ਹੈ ਨਾ ਇਸ ਸਾਰੇ ਮਾਮਲੇ 'ਚੋਂ। ਉਹ ਅਪਰੋਚ ਜਦੋਂ ਮਿਸਿੰਗ ਹੈ ਤਾਂ ਉਹ ਬਜਟ ਤੋਂ ਲਈਆਂ ਜਾ ਸਕਦੀਆਂ ਸੀ ਨਾ। ਮੈਂ ਮਨਰੇਗਾ ਦਾ ਬਜਟ ਕਰਦਿਆਂ ਦੁਗਣਾ ਤੇ ਇਹਦੇ ਨਾਲ ਲਈਆਂ ਜਾ ਸਕਦੀਆਂ ਸੀ। ਮਨਮੋਹਨ ਸਿੰਘ ਜਿੱਤੇ, ਬਿਲਕੁਲ ਅਗਲੇ ਵਾਰ ਉਹ ਮਨਰੇਗਾ ਤੇ RTI ਨਾਲ ਜਿੱਤੇ, ਇਹ 'ਚ ਕੋਈ ਸ਼ੱਕ ਨਹੀਂ। ਪਰ ਇਹਨਾਂ ਨੇ ਉਹ ਟਰੈਕ ਚੇਂਜ ਕੀਤਾ ਕਿ ਤਾਂ ਬਾਰ-ਬਾਰ ਫਿਰ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਪੈਂਦਾ। ਲੋਕਾਂ ਪ੍ਰਤੀ ਜਵਾਬਦੇਹੀ ਦਾ ਮਤਲਬ ਕੀ ਹੈ ਕਿ ਆਪਾਂ ਆਪਣੇ ਢੰਗ ਨਾਲ ਚਲਾਉਂਦੇ ਹਾਂ। ਇਹ ਪੋਲਿਟਿਕਸ ਹੈ ਨਾ। ਮੈਂ ਇਹਦੇ 'ਚ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਸਾਡਾ ਜਿਹੜਾ ਹੁਕਮਰਾਨ ਹੈ, ਤੁਹਾਡੇ ਸਾਹਮਣੇ ਦੋ ਸਵਾਲ ਨੇ। ਇੱਕ ਹੈ ਕਿ ਲੋਕਾਂ ਨੂੰ ਸੈਟੀਸਫਾਈ ਕਰਨਾ ਤਾਂ ਵੋਟ ਲੈਣੀ, ਵੋਟ ਤਾਂ ਲੈਣ ਦੀ ਲੋੜ ਹੈ ਨਾ ਉਹਦੀ। ਸੈਟੀਸਫਾਈ ਕਰਨਾ ਮੈਂ ਤਾਂ ਲੋਕਾਂ ਨੂੰ ਖੁਸ਼ ਕਰਕੇ ਵੋਟਾਂ ਲੈਣਾ, ਘੱਟੋ ਘੱਟ ਗੁੱਸਾ ਤੇ ਘਟਾ ਦਿਆਂ। ਕੋਈ ਖੁਸ਼ ਕਰਨ ਦਾ ਸੈਟੀਸਫਾਈ ਤੋਂ ਤਾਂ ਥੱਲੇ ਆ ਗੁੱਸਾ ਘਟਾਉਣਾ। ਮੈਂ ਕਹਿੰਦਾ ਜ਼ਮੀਨ ਤਾਂ ਬਣਾਣੀ ਹੈ ਨਾ ਸਮਝੌਤੇ ਵੱਲ ਜਾਣ ਨੂੰ। ਹੁਣ ਕਿਸਾਨਾਂ ਨਾਲ ਜ਼ਮੀਨ ਨਹੀਂ ਤਿਆਰ ਕੀਤੀ। ਉਹੀ ਮੈਂ ਕਹਿੰਦਾ। ਮੈਂ ਇੱਥੇ ਕਿਸੇ ਗੌਰੀ ਪੋਲੀਟੀਸ਼ੀਅਨ ਕਹੇ ਵੀ ਜੇ ਤੁਸੀਂ ਕੁੱਟ ਕੇ ਰਾਜ ਕਰਨਾ ਕਿ ਲੋਕਾਂ ਨੂੰ ਸਿਆਣੇ ਬਣਾ ਕੇ, ਇੱਥੇ ਲੋਕਾਂ ਨੂੰ ਮਾੜਾ ਮੋਟਾ ਖੁਸ਼ ਕਰਕੇ ਰਾਜ ਕਰਨਾ ਜਾਂ ਲੋਕਾਂ ਨੂੰ ਕੁੱਟ ਕੇ ਡਿਵਾਈਡ ਕਰਕੇ। ਜਦ ਇੱਕ ਰੂਲਿੰਗ ਪਾਰਟੀ ਨੂੰ ਪਤਾ ਲੱਗਾ ਬਾਈ ਦੀ ਵੇ ਜਿਹੜਾ ਹੁਣ ਵੀ ਹੋ ਰਿਹਾ, ਜਿਹੜਾ ਨੈਰੇਟਿਵ ਕਿਸਾਨ ਅੰਦੋਲਨ 'ਚ ਸਿਰਜਿਆ ਗਿਆ ਵੀ ਇਹ ਤਾਂ ਇਕੱਲੇ ਪੰਜਾਬੀ ਨੇ, ਇਹ ਤਾਂ ਇਕੱਲੇ ਸਿੱਖ ਨੇ, ਇਹ ਅਜੇ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਪਾਰਟੀਆਂ ਇਹ ਵੀ ਨਹੀਂ ਸੋਚ ਰਹੀਆਂ। ਇਹ ਅੱਜ ਵੀ ਇੱਕ ਵਿਪਿੰਗ ਬॉय ਬਣਾਇਆ ਜਾ ਰਿਹਾ ਹੈ। ਇਹ ਮੁੜ ਕੇ ਪੂਰੇ ਦੇਸ਼ ਦੇ ਵਿੱਚ ਮੈਂ ਕਿਉਂਕਿ ਮੈਂ ਇੱਕ ਉਸ ਕਮਿਊਨਿਟੀ ਨੂੰ ਬਿਲੋਂਗ ਕਰਦਾ ਜਿਹ 'ਚ ਲੋਕ ਆ ਕੇ ਮੇਰੇ ਕੋਲ ਗੱਲਾਂ ਕਰ ਦਿੰਦੇ ਨੇ। ਉਹ ਇਹ ਅੰਦਰੋਂ ਅੰਦਰ ਹੀ ਇਸ ਗੱਲ ਤੇ ਖੜੇ ਨੇ ਵੀ ਮੋਦੀ ਹੁਣ ਇਹਨਾਂ ਨੂੰ ਦੇਖੋ, ਇਹਨਾਂ ਨੂੰ ਸਬਕ ਸਿਖਾਏਗਾ ਜਿਵੇਂ 84 'ਚ ਸਿਖਾਇਆ ਗਿਆ ਸੀ। ਇਹ ਰੀਅਲੀ ਮੈਂ ਦੱਸਦਾ ਤੁਹਾਨੂੰ ਸਾਡੇ ਤੋਂ ਜ਼ਿਆਦਾ ਪਤਾ ਲੱਗਦੀਆਂ ਤੁਹਾਡੇ ਨਾਲ ਮੇਰੇ ਨਾਲ ਗੱਲ ਕਰਦੇ ਨੇ ਗਰਗ ਲੱਗਾ ਹੋਇਆ। ਹਾਂ, ਮੇਰੇ ਨਾਲ ਗੱਲ ਕਰਦੇ ਨੇ ਵੀ ਹੁਣ ਇਹਨਾਂ ਨੂੰ ਆਏ ਸਭ ਕੁਝ ਸਿਖਾਇਆ ਜਾਊ। ਔਰ ਪੰਜਾਬ ਦੇ ਵੀ ਜਿਹੜੇ ਬੰਦੇ ਚੰਗੀਆਂ ਤਨਖਾਹਾਂ ਲੈ ਰਹੇ ਨੇ, ਇੱਕ ਤੁਸੀਂ ਨੈਰੇਟਿਵ ਹੀ ਸਿਰਜ ਕਰਤਾ, ਇੱਕ ਵਹਿਮ ਪੈਦਾ ਕਰਤਾ ਵੀ ਇਹਨਾਂ ਨੂੰ ਮਾਰਨਾ ਜ਼ਰੂਰੀ ਹੈ। ਇਹ ਜੋ ਕੁਝ ਹੋ ਰਿਹਾ ਹੈ, ਜੇ ਕਿੱਲ ਵੀ ਗੱਡੇ ਜਾ ਰਹੇ ਨੇ, ਉਹ ਉਸ ਗੱਲ ਤੋਂ ਇੱਕ ਤਾਕਤ, ਸ਼ਾਸਕ ਆਪਦੀ ਤਾਕਤ ਦਿਖਾ ਰਿਹਾ। ਸੋ ਅੱਜ ਸ਼ਾਸਕ ਦੋ ਗੱਲਾਂ ਨਾਲ ਰਾਜ ਕਰ ਰਿਹਾ, ਲੋਕਾਂ ਨੂੰ ਗੁੰਮਰਾਹ ਕਰਕੇ, ਲੋਕਾਂ ਨੂੰ ਵੰਡ ਕੇ, ਇਦੋਂ ਅੱਗੇ ਮੈਨੂਫੈਕਚਰ ਕਰਕੇ ਕੰਸੈਂਟ, ਲੋਕਾਂ ਦੀ ਕੰਸੈਂਟ ਮੈਨੂਫੈਕਚਰ ਕਰਦਾ। ਮੈਂ ਇਸ ਤੋਂ ਵੱਖਰਾ ਸਵਾਲ ਨਹੀਂ ਪੁੱਛ ਰਿਹਾ, ਮੈਂ ਕਹਿ ਰਿਹਾ ਇਹਦੇ ਵਿੱਚ ਵੀ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਸੀ, ਉਹਨੂੰ ਕਿਉਂ ਛੱਡ ਦਿੱਤੀ ਹੈ? ਨਹੀਂ, ਉਹ ਤੁਸੀਂ ਇਸ ਵਾਰੀ ਪੈਸਾ ਦੇ ਸ਼ਾਇਦ ਜੇਕਰ ਧੋਖਾ ਆਊਗਾ ਇਸ ਤੋਂ ਬਾਅਦ ਟਰੰਪ ਵਾਂਗ, ਟਰੰਪ ਨੇ ਵੀ ਬਹੁਤ ਵੱਡਾ ਇੱਕ ਸਿਰਜਿਆ ਸੀ, ਬਿਲਕੁਲ ਬਰਾਬਰ ਸੀ, ਬਿਲਕੁਲ ਮਹਾਨ ਸੀ ਨਾ ਅਬ ਕੀ ਬਾਰ। ਹਾਂ, ਤੇ ਟਰੰਪ ਨੇ ਵੀ ਇਹ ਸਿਰਜ ਲਿਆ ਸੀ ਔਰ ਬਹੁਤ ਔਖਾ ਹਾਰਿਆ ਟਰੰਪ ਐਤਕੀ ਵੀ। ਕੋਈ ਐਂ ਤਾਂ ਨਹੀਂ ਵੀ ਸੌਖਾ ਹਾਰ ਗਿਆ। ਨਹੀਂ, ਉਹ ਹਾਰ ਕੇ ਨਹੀਂ ਹਾਰਿਆ ਜੀ। ਉਸ ਅਮਰੀਕਾ 'ਚ ਰਿਪਬਲਿਕਨ ਪਾਰਟੀ ਦਾ ਉਹਦਾ ਕਬਜ਼ਾ, ਉਸ ਅਮਰੀਕਾ 'ਚ ਜਿੱਥੇ ਅਸੀਂ ਕਹਿੰਦੇ ਹਾਂ ਜੀ ਉਹ ਤਾਂ ਐਡਾ ਡਿਵੈਲਪਡ ਕੰਟਰੀ ਹੈ, ਉੱਥੇ ਇੰਨਾ ਡੈਮੋਕ੍ਰੈਟਿਕ ਵੈਲਿਊ ਸਿਸਟਮ ਹੈ, ਉੱਥੇ ਬਾਕੀ ਚੀਜ਼, ਜੇ ਉੱਥੇ ਇਸ ਲੈਵਲ ਦੀ ਨਸਲਵਾਦ ਚੱਲ ਸਕਦਾ ਤਾਂ ਸਾਡੇ 'ਚ ਤਾਂ ਬੜਾ ਸੌਖਾ ਕੰਮ ਸੀ ਨਾ। ਔਰ ਜਿਹਨੂੰ BJP ਵਰਤ ਰਹੀ, ਸਾਡੇ ਕੋਲ ਤਾਂ ਆਪਣਾ ਮਿਚ ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਅੰਦੋਲਨ, ਇਹੀ ਗੱਲ ਹੈ ਕਿ ਉਹਨੂੰ ਅਜੇ ਇਹ ਖਤਰਾ ਨਹੀਂ ਭਾਂਪ ਰਿਹਾ ਕਿ ਜਿਹੜੇ ਇਸ ਅੰਦੋਲਨ ਦੀ ਤਾਸੀਰ ਹੈ ਇਹ ਉਹਨੂੰ ਡੈਂਟ ਪਾ ਰਿਹਾ ਹੈ। ਔਰ ਸ਼ਾਇਦ ਅਗਲੀ ਇਲੈਕਸ਼ਨ ਤੱਕ ਲੱਗੇ। ਪਿਛਲੀ ਇਲੈਕਸ਼ਨ ਤਾਂ 19 ਚ ਨਾ ਲੋਕ ਕੈਲਕੂਲੇਸ਼ਨਾਂ ਲਾਉਂਦੇ ਸੀ BJP ਨੂੰ ਇੰਨੀ ਨਹੀਂ ਆਉਣੀ ਕਿਉਂਕਿ ਕੰਮ ਹੀ ਕੋਈ ਨਹੀਂ ਕੀਤਾ, ਨਾ ਰੁਜ਼ਗਾਰ 2 ਕਰੋੜ ਦਿੱਤਾ, ਨਾ 15 ਲੱਖ ਰੁਪਈਆ ਆਇਆ, ਨਾ ਕੁਝ ਹੋਰ ਕੀਤਾ, ਨੋਟਬੰਦੀ ਨੇ ਇੰਨਾ ਨੁਕਸਾਨ ਕਰਤਾ, GST ਨੇ, ਫਿਰ ਵੀ ਜਿੱਤ ਗਏ।
ਸਭ ਨੂੰ ਅਚੰਭਾ ਹੋਇਆ ਨਾ ਜਿਹੜੇ ਬੰਦੇ ਲਿਖਦੇ ਸੀ ਜਾਣਦੇ। ਉਹਦਾ ਕਾਰਨ ਇਹ ਹੈ ਕਿ ਉਹ ਸੀ ਤੇ ਜਦੋਂ ਹੁਣ ਸੈਟਬੈਕ ਇਹਦੇ ਤੇ ਵੱਜੇਗੀ, ਜਦੋਂ ਯੂਪੀ ਦਾ ਕਿਸਾਨ ਖੜੇ ਹੋ ਕੇ ਇਹ ਕਹਿੰਦਾ ਹੈ, ਰਾਕੇਸ਼ ਟਿਕੈਤ ਨੇ ਕੀ ਕਿਹਾ ਖੜੇ ਹੋ ਕੇ ਅਸੀਂ ਬੀਜੇਪੀ ਨੂੰ ਵੋਟਾਂ ਪਾਈਆਂ ਸੀ, ਸਟੇਜ ਤੇ ਖੜਾ ਹੋ ਕਹਿ ਕੇ ਖੜਾ ਹੈ, ਪਰ ਉਹ ਕਹਿੰਦਾ ਵੀ ਹੁਣ ਨਹੀਂ ਹੈ, ਜੇ ਤੁਸੀਂ ਸਾਨੂੰ ਐਂ ਮਾਰਨਾ ਸ਼ੁਰੂ ਕਰ ਦਿਓ 370 ਤੋਂ ਬਾਅਦ ਵੀ ਜਿਹੜੇ ਵੋਟ ਪਾ ਸਕਦੇ ਸੀ ਉਹ ਹੁਣ ਕਿਸਾਨ ਨਾਲ ਇਸ ਤੋਂ ਬਾਅਦ ਨਹੀਂ ਪਾ ਸਕਦੇ, ਉਹ ਹੁਣ ਕਿਸਾਨ ਨਾਲ ਉਸ ਲੈਵਲ ਤੇ ਨਹੀਂ ਪਾ ਰਹੇ। ਇਸ ਲਈ ਜਿਹੜੀਆਂ ਉਹ ਖਾਪ ਪੰਚਾਇਤਾਂ ਜਿਹੜੀਆਂ ਯੂਪੀ, ਜਿਹੜਾ ਰਾਜਸਥਾਨ ਤੇ ਜਿਹੜਾ ਹਰਿਆਣਾ, ਸ਼ਾਇਦ ਇਹਦੇ ਚੋਂ ਕੋਈ ਫਰਕ ਪਵੇ ਉਦੋਂ ਬਾਅਦ ਦਿਮਾਗ ਦੇ ਵਿੱਚ ਮੀਡੀਆ ਕਵਰੇਜ, ਕਿਉਂਕਿ ਹਰ ਰੋਜ਼ ਅਸੀਂ ਸਾਰਾ ਦਿਨ ਬਹੁਤ ਸਾਰਾ ਮੀਡੀਆ ਕੰਜ਼ਿਊਮ ਕਰਦੇ ਹਾਂ, ਟੀਵੀ ਦੇਖਦੇ ਹਾਂ, ਅਖਬਾਰਾਂ ਪੜ੍ਹਦੇ ਹਾਂ। ਇੱਕ ਵਾਰੀ ਲੱਗਾ ਸੀਗਾ ਕਿ ਯਾਰ ਇੰਨਾ ਵੱਡਾ ਕਿਸਾਨਾਂ ਬਾਰੇ ਅੰਦੋਲਨ ਹੋ ਰਿਹਾ ਹੋਵੇ ਤੇ ਜਿਸ ਵੇਲੇ ਬਜਟ ਆਏਗਾ ਤੇ ਉਸ ਦਿਨ ਅੰਦੋਲਨ ਤੇ ਵੀ ਸ਼ਾਇਦ ਵੱਡੇ ਵੱਡੇ ਟੀਵੀ ਲਾਣਗੇ, ਕਿਸਾਨ ਦੇਖਣਗੇ ਵੀ ਸਾਡੇ ਬਾਰੇ ਕੋਈ ਗੱਲ ਹੈ ਕਿ ਨਹੀਂ, ਬਟ ਦੇ ਡਿਡ ਨਾਟ ਗੋ ਇਨਟੂ ਦੈਟ। ਉਹਨਾਂ ਨੇ ਨਹੀਂ ਪਰਵਾਹ ਕੀਤੀ ਕਿਉਂਕਿ ਸ਼ਾਇਦ ਉਹਨਾਂ ਨੂੰ ਪਹਿਲਾਂ ਹੀ ਪਤਾ ਹੈ ਕਿ ਇਹਨਾਂ ਬਜਟਸ ਦੇ ਵਿੱਚ, ਇਹਨਾਂ ਅੰਕੜਿਆਂ ਵਿੱਚ ਜੋ ਹੁੰਦਾ ਹੈ ਉਹਦਾ ਸਾਡੀਆਂ ਜ਼ਿੰਦਗੀਆਂ ਨਾਲ ਨਹੀਂ ਸੰਬੰਧ ਹੁੰਦਾ। ਜੇ ਐਵਰੇਜ ਕਿਸਾਨ ਨੂੰ ਪਤਾ ਲੱਗ ਜਾਏ ਕਿ ਜਿਹੜੀ ਐਗਰੀਕਲਚਰ ਮਿਨਿਸਟਰੀ ਦੀ ਟੋਟਲ ਐਲੋਕੇਸ਼ਨ ਸੀ ਪਿਛਲੇ ਬਜਟ ਦੇ ਵਿੱਚ, ਉਸ ਤੋਂ ਵੀ 8-9% ਘੱਟ ਹੀ ਖਰਚ ਕੀਤਾ, ਸ਼ਾਇਦ ਲੋੜ ਹੀ ਨਹੀਂ ਹੋਣੀ ਖੇਤੀ ਨੂੰ, ਫਿਰ ਕੌਣ ਕਹੇਗਾ। ਉਹਦੇ ਬਾਵਜੂਦ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਇਸ ਬਜਟ ਦੇ ਉੱਤੇ ਇਹ ਨਿਤਾਰਾ ਜਾਰੀ ਰੱਖਾਂਗੇ। ਵੀ ਆਰ ਸਟਕ ਔਨ ਇਟ, ਵੀ ਆਰ ਡਿਗਿੰਗ ਆਰ ਹੀਲਸ ਇਨ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਖੇਤੀ ਬਾਰੇ ਬਜਟ, ਪਿੰਡਾਂ ਬਾਰੇ ਬਜਟ, ਰੂਰਲ ਡਿਵੈਲਪਮੈਂਟ ਬਾਰੇ ਬਜਟ ਕਿਸ ਕਿਸਮ ਦਾ ਆਇਆ, ਕਿਉਂਕਿ ਉਹਦਾ ਇੱਕ ਸਿੱਧਾ ਰਿਸ਼ਤਾ ਸਿੰਘੂ, ਟਿਕਰੀ, ਗਾਜ਼ੀਪੁਰ ਤੇ ਦੇਸ਼ ਭਰ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਨਾਲ ਵੀ ਹੈ। ਸਾਡੇ ਨਾਲ ਜੁੜ ਰਹੇ ਨੇ ਡਾਕਟਰ ਪਿਆਰੇ ਲਾਲ ਗਰਗ ਜੀ ਅਤੇ ਹਮੀਰ ਸਿੰਘ ਜੀ। ਡਾਕਟਰ ਪਿਆਰੇ ਲਾਲ ਗਰਗ ਜੀ, ਤੁਸੀਂ ਕਹਿ ਰਹੇ ਸੀ ਕਿ ਖੇਤੀ ਬਾਰੇ ਬਜਟ ਦਰਅਸਲ ਖੇਤੀ ਬਾਰੇ ਬਜਟ ਨਹੀਂ ਹੁੰਦਾ, ਰੂਰਲ ਡਿਵੈਲਪਮੈਂਟ ਦੀ ਮਿਨਿਸਟਰੀ ਦਾ ਬਜਟ ਰੂਰਲ ਡਿਵੈਲਪਮੈਂਟ ਬਾਰੇ ਬਜਟ ਨਹੀਂ ਹੁੰਦਾ, ਉਸ ਤੋਂ ਬਹੁਤ ਅਗਲੇਰਾ ਵੀ ਬਜਟ ਹੁੰਦਾ। ਮੈਨੂੰ ਇਹ ਦੱਸੋ ਕਿ ਜਿਹੜੀਆਂ ਜ਼ਿੰਦਗੀ ਦੀਆਂ ਹੋਰ ਲੋੜਾਂ ਨੇ, ਤੁਹਾਡਾ ਤੁਸੀਂ ਤਾਂ ਮਾਹਿਰ ਹੋ ਦੇ ਐਜੂਕੇਸ਼ਨ ਦੇ ਫੀਲਡ ਦੇ, ਹੈਲਥ ਦੇ ਫੀਲਡ ਦੇ, ਕਿਸ ਕਿਸਮ ਦਾ ਸਿਗਨਲਸ ਉੱਥੇ ਭੇਜੇ ਜਾ ਸਕਦੇ ਸੀ? ਕਿਉਂਕਿ ਮਾਹਿਰ ਇਹ ਕਹਿ ਰਹੇ ਨੇ ਕਿ 2 ਲੱਖ ਸਕੂਲ ਸਾਨੂੰ ਹੋਰ ਚਾਹੀਦੇ ਨੇ, ਮਾਹਿਰ ਵੀ ਇਹ ਨੀਤੀ ਆਯੋਗ ਵਾਲੇ ਮਾਹਿਰ ਨੇ, ਤੇ 35,000 ਕਾਲਜਿਸ ਹੋਰ ਚਾਹੀਦੇ ਨੇ, 700 ਸਾਨੂੰ ਯੂਨੀਵਰਸਿਟੀਆਂ ਹੋਰ ਚਾਹੀਦੀਆਂ ਨੇ। ਐਜ਼ ਆਫ ਲਾਸਟ ਈਅਰ ਸਾਡੇ ਕੋਲ ਲਗਭਗ ਕਿੰਨੀਆਂ ਕੋ ਯੂਨੀਵਰਸਿਟੀ ਹੈਗੀਆਂ ਨੇ? ਮੈਂ ਕਿਹਾ 950 ਹੋ ਗਈਆਂ ਹੁਣ ਯੂਨੀਵਰਸਿਟੀ, 950 ਦੇ ਆਸ-ਪਾਸ ਯੂਨੀਵਰਸਿਟੀਆਂ ਹੋ ਗਈਆਂ ਨੇ। ਉਹਨਾਂ ਨੀਤੀ ਆਯੋਗ ਦੀ ਨਿਊ ਐਜੂਕੇਸ਼ਨ ਪਾਲਿਸੀ 39,000 ਸਮਥਿੰਗ 40,000 ਸਾਡੇ ਕੋਲ ਕਾਲਜਿਸ ਹੈਗੇ ਨੇ, 40,000 ਵਰਡ ਉਹਨਾਂ ਨੇ ਯੂਜ਼ ਕਰਿਆ, ਤੇ 15 ਲੱਖ 15.5 ਲੱਖ ਦੇ ਆਸ-ਪਾਸ ਸਕੂਲ ਹੈਗੇ ਨੇ। ਜੇ ਉਸ ਤੋਂ ਬਾਅਦ ਐਜੂਕੇਸ਼ਨ ਦੇ ਵਿੱਚ ਇੰਨਾ ਵੱਡਾ ਇਹ ਸਾਰਾ ਚਾਹੀਦਾ ਤਾਂ ਫਿਰ ਬਜਟ ਤੋਂ ਇੱਕ ਇੰਡੀਕੇਸ਼ਨਸ ਜਾਂਦੀ ਆ ਕਿ ਇਹ ਸਭ ਕੀਤਾ ਜਾ ਰਿਹਾ ਤੁਹਾਡੀਆਂ ਜ਼ਿੰਦਗੀਆਂ ਲਈ, ਸਭ ਕੁਝ ਖੇਤੀ ਬਾਰੇ ਨਹੀਂ ਹੁੰਦਾ, ਅਸੀਂ ਹੋਰਨਾਂ ਖੇਤਰਾਂ ਦੇ ਵਿੱਚ ਆਪਣੇ ਲੋਕਾਂ ਦਾ ਧਿਆਨ ਰੱਖ ਰਹੇ ਹਾਂ। ਦੇਖੋ ਗੱਲ ਇਹ ਹੈ, ਜੇ ਆਪਾਂ ਐਜੂਕੇਸ਼ਨ ਜਾਂ ਹੈਲਥ ਦੀ ਗੱਲ ਕਰਦੇ ਹਾਂ, ਐਜੂਕੇਸ਼ਨ 'ਚ ਨਿਊ ਐਜੂਕੇਸ਼ਨ ਪਾਲਿਸੀ ਲਿਆਂਦੀ, ਉਹ 'ਚ ਕਹਿੰਦਾ ਅਸੀਂ ਪ੍ਰਾਈਵੇਟਾਈਜੇਸ਼ਨ ਕਰਨਾ ਹੈ। ਇੱਕ ਲੋਲੀਪੌਪ ਦੇਤਾ ਕਿ ਅਸੀਂ ਮਿਡ ਡੇ ਮੀਲ ਉਹਨਾਂ ਬੱਚਿਆਂ ਨੂੰ ਵੀ ਦੇਵਾਂਗੇ ਜਿਹੜੇ ਨਰਸਰੀ 'ਚ ਪੜ੍ਹਦੇ ਨੇ, ਉਹਨਾਂ ਨੂੰ ਪਹਿਲਾਂ ਹੈ ਨਹੀਂ ਸੀ। ਦੂਜੀ ਗੱਲ ਉਹਨਾਂ ਨੇ ਕਹਿੰਦਾ ਅਸੀਂ ਬ੍ਰੇਕਫਾਸਟ ਵੀ ਦੇਵਾਂਗੇ। ਜਿਹੜਾ ਬਜਟ ਐਤਕੀ ਰੱਖਿਆ ਹੈ ਮਿਡ ਡੇ ਮੀਲ ਦਾ, ਉਹ 11,500 ਕਰੋੜ ਹੈ, ਜਿਹੜਾ ਕਿ ਪਿਛਲੇ ਸਾਲ ਨਾਲੋਂ ਘਟ ਗਿਆ। ਸੋ ਜਦ ਤੁਸੀਂ ਬਜਟ ਘਟਾਈ, ਬੱਚੇ ਵੱਧ ਗਏ, ਸਕੂਲ ਵੱਧ ਗਏ, ਹਾਂ ਬਜਟ ਤੁਸੀਂ ਘਟਾ ਰਹੇ ਹੋ। ਜਦ ਤੁਸੀਂ ਮਿਡ ਡੇ ਮੀਲ ਦਾ ਬਜਟ ਘਟਾ ਰਹੇ ਹੋ ਤਾਂ ਮਤਲਬ ਤੁਹਾਡੀ ਕਹਿਣੀ ਤੇ ਕਥਨੀ 'ਚ ਫਰਕ ਹੈ, ਤੁਹਾਡੇ ਮਨ 'ਚ ਹੋਰ ਹੈ, ਮੁੱਖ 'ਚ ਹੋਰ ਹੈ। ਕਹਿੰਦੇ ਹੋਰੋਂ ਕਰਦੇ ਹੋਰੋਂ, ਦਿਖਾਉਂਦੇ ਹੋਰ। ਧਿਆਨ ਜਾਏਗਾ ਲੋਕਾਂ ਦਾ ਕਿ ਇਹ ਹੋਰਨਾਂ ਚੀਜ਼ਾਂ ਬਾਰੇ ਬਜਟ ਨਹੀਂ ਹੈ। ਵੀ ਆਰ ਟਾਕਿੰਗ ਅਬਾਊਟ, ਇਹ ਸਕੀਮ ਦਾ ਨਾਮ ਨਹੀਂ ਹੈ, ਇਹ ਛੋਟੇ ਸਕੂਲ ਜਾਂਦੇ ਬੱਚਿਆਂ ਦੇ ਮੂੰਹ 'ਚ ਜਾਣ ਵਾਲੇ ਰੋਟੀ ਖਿਚੜੀ ਉਸ ਦਾ ਬਜਟ ਹੈ, ਔਰ ਉਹ ਬੱਚੇ ਘਰੋਂ ਭੁੱਖੇ ਆਉਂਦੇ ਨੇ। ਮੈਂ ਇਹੀ ਗੱਲ ਫੋਕਸ, ਅਸੀਂ ਉਹ ਖਾਣਾ ਉੱਤੇ ਤਾਂ ਦਿੰਦੇ ਤਾਂ ਕਿ ਬੱਚਿਆਂ ਨੂੰ ਸਕੂਲ ਲਿਆਂਦਾ ਜਾ ਸਕੇ। ਮੈਂ ਇਹੀ ਗੱਲ ਫੋਕਸ ਕਰਨੀ ਚਾਹਣਾ, ਨਿਊ ਐਜੂਕੇਸ਼ਨ ਪਾਲਿਸੀ 'ਚ ਲਿਖਿਆ ਹੈ ਵੀ ਜੇ ਬੱਚੇ ਦਾ ਨਿਊਟ੍ਰੀਸ਼ਨ ਠੀਕ ਹੋ ਗਿਆ ਤਾਂ ਹੀ ਉਹ ਪੜ੍ਹੇਗਾ। ਲਿਖਣ ਨਾਲ ਤਾਂ ਕੋਈ ਫਰਕ, ਬੜੇ ਸੋਹਣੇ ਸੋਹਣੇ ਸ਼ਬਦ ਤੁਸੀਂ ਲਿਖ ਸਕਦੇ ਹੋ। ਕੀ ਤੁਹਾਡਾ ਉਹਦੇ 'ਤੇ ਅਕੀਦਾ ਵੀ ਹੈ? ਕੀ ਤੁਸੀਂ ਉਹ ਕੰਮ ਕਰਨਾ ਚਾਹੁੰਦੇ ਹੋ? ਕਿਉਂਕਿ ਉਹ ਬੱਚਾ ਤੁਹਾਡਾ ਨਹੀਂ ਹੈ, ਉਹ ਬੱਚਾ ਤੁਸੀਂ ਜਿਹਦੀ ਗੱਲ ਕਰਦੇ ਹੋ ਵੀ ਅਸੀਂ ਇਹਨੂੰ ਮਿਡ ਡੇ ਮੀਲ ਦੇਵਾਂਗੇ, ਉਹਨੂੰ ਤੁਸੀਂ ਇਹ ਕਹਿ ਕੇ ਕਰਦੇ ਹੋ ਵੀ ਇਹ ਮੰਗਤਾ ਹੈ, ਇਹ ਖਰਾਤ ਲੈ ਰਿਹਾ ਹੈ, ਇਹ ਸਾਡੇ 'ਤੇ ਬਰਡਨ ਹੈ। ਤੇ ਦੂਜੀ ਗੱਲ, ਸੋ ਕਾਲਡ ਟੈਕਸ ਪੇਅਰ, ਜਿਹੜਾ ਕਹਿੰਦਾ ਨਾ ਵੀ ਮੈਂ ਟੈਕਸ ਪੇਅਰ ਹਾਂ, ਇਸੇ ਬਜਟ ਦੇ ਵਿੱਚ ਜੇ ਨਜ਼ਰ ਮਾਰੋਗੇ ਡਾਇਰੈਕਟ ਟੈਕਸ ਤੇ ਇਨਡਾਇਰੈਕਟ ਟੈਕਸ ਜੀ, ਉਹਦੀ ਰੇਸ਼ੋ ਜਿਹੜੀ 1:3 ਹੈ। ਡਾਇਰੈਕਟ ਟੈਕਸ ਜੇ 8,000 ਕਰੋੜ ਹੈ ਮੰਨ ਲਓ ਜੀ, ਤਾਂ 24,000 ਕਰੋੜ ਹੈ, ਜਿਹਦਾ ਸਾਨੂੰ ਪਤਾ ਵੀ ਨਹੀਂ ਲੱਗਦਾ, ਜਿਹਦਾ ਨਾਮ ਟੈਕਸ ਨਹੀਂ ਹੈਗਾ। ਹਾਂ ਜੀ, ਜਿਹੜਾ ਇਹਦੇ ਵਿੱਚ ਹੀ ਲਿਖਿਆ ਵੀ ਇਨਡਾਇਰੈਕਟ, ਜਿਹਦਾ ਨਾਮ ਪੈਟਰੋਲ ਦਾ ਰੇਟ ਹੁੰਦਾ ਸਿਰਫ। ਹਾਂ, ਤੇ ਉਹ ਟੈਕਸ ਜਿਹੜਾ ਕਾਮਨ ਮੈਨ ਹਰੇਕ ਹੀ ਦੇ ਰਿਹਾ, ਉਹ ਤਾਂ ਜੇ ਕੋਈ ਇੱਕ ਬਿਸਕੁਟ ਖਰੀਦਦਾ ਉਹ ਵੀ ਦੇ ਰਿਹਾ ਜੀ ਜੀ। ਸੋ ਇਸ ਕਰਕੇ ਜਿਹੜਾ ਕਾਮਨ ਮੈਨ ਟੈਕਸ ਦੇ ਰਿਹਾ ਹੈ ਉਹਨੂੰ ਚੁੱਕ ਕੇ, ਮੈਂ ਇਹਦੇ ਵਿੱਚ ਕੀ ਸਮਝਦਾ ਵੀ ਜਿਵੇਂ ਅਸੀਂ ਜੇ ਧਰਤੀ 'ਚੋਂ ਪਾਣੀ ਕੱਢਣਾ ਹੋਵੇ, ਨੈਚੁਰਲ ਫਲੋ ਤਾਂ ਪਾਣੀ ਦਾ ਉੱਤੋਂ ਥੱਲੇ ਨੂੰ ਹੈ ਨਿਮਾਣ ਵੱਲ ਨੂੰ, ਪਰ ਜੇ ਥੱਲਿਓਂ ਉੱਪਰ ਨੂੰ ਲਿਜਾਣਾ ਹੋਵੇ ਤਾਂ ਤੁਹਾਨੂੰ ਇੱਕ ਮੋਟਰ ਲਾਉਣੀ ਪੈਂਦੀ ਹੈ। ਉਹ ਮੋਟਰ ਇਹਨਾਂ ਦੀ ਬਿਊਰੋਕ੍ਰੇਸੀ ਹੈ, ਇਹਨਾਂ ਦੀ ਪੁਲਿਸ ਹੈ। ਆਹ ਜਿਹੜੇ ਕਿਸਾਨਾਂ ਦੇ ਅੰਦਰ ਨਹੀਂ ਬਿਊਰੋਕ੍ਰੇਸੀ ਹੈ, ਉਹ ਮੋਟਰ ਲਾ ਕੇ ਆਹ ਬਿਊਰੋਕ੍ਰੇਸੀ ਇਹੋ ਜਿਹੇ ਬਜਟ ਬਣਾ ਕੇ ਫਲੱਫੀ ਸਕੀਮਾਂ ਦੇ ਕੇ ਲੋਕਾਂ ਨੂੰ
ਲੋਕਾਂ ਦੀ ਇਕਨੋਮੀ ਨੂੰ ਜੀ, ਲੋਕਾਂ ਦੇ ਆਪਸੀ ਡਿਪੈਂਡੈਂਸ ਨੂੰ, ਜਿਹੜੀ ਇੱਕ ਦੂਜੇ ਨਾਲ ਮਿਲ ਕੇ ਵੀ ਕੰਮ ਹੋ ਜਾਂਦੇ ਨੇ ਕਈ, ਉਹਨੂੰ ਵੀ ਇਹ ਤੋੜ ਰਹੀ ਡਾਕਟਰ ਸਾਹਿਬ ਜਿੰਨਾ ਅੰਦੋਲਨ ਚੱਲ ਰਿਹਾ ਹੈ ਹਾਂਜੀ ਇਹਦੇ ਵਿੱਚ ਜਿਹੜੀ ਗੱਲਬਾਤ ਲੋਕਾਂ ਨੇ ਸ਼ੁਰੂ ਕੀਤੀ ਹੈ, ਲੋਕ ਸੋਸ਼ਲ ਮੀਡੀਆ ਦੇ ਥਰੂ, ਫੇਸਬੁੱਕ ਦੇ ਥਰੂ ਇੱਕ ਲਗਾਤਾਰ ਪੰਜਾਬ ਦਿਨ ਰਾਤ ਗੱਲ ਕਰ ਰਿਹਾ ਆਪਣੇ ਨਾਲ ਮੁੱਦਿਆਂ ਨਾਲ, ਉਹਦਾ ਕਦੀ ਕਦੀ ਭੈੜੀ ਬਹਿਸ ਵੀ ਹੋ ਜਾਂਦੀ ਹੈ ਤੇ ਬਹੁਤ ਸਾਰਥਕ ਬਹਿਸਾਂ ਵੀ ਅਸੀਂ ਚਲਦੀਆਂ ਦੇਖ ਰਹੇ ਹੋ। ਮੈਨੂੰ ਲੱਗਦਾ ਸਾਰਥਕ ਦੀ ਗਿਣਤੀ ਹੁਣ ਜ਼ਿਆਦਾ ਹੋ ਗਈ ਹੈ। ਇਹ ਬਹੁਤ ਖੁਸ਼ਾਇਨ ਇੱਕ ਗੱਲ ਹੈ। ਇਹਦੇ ਵਿੱਚ ਇੱਕ ਗੱਲ ਅਸੀਂ ਮਤਲਬ ਇੱਕ ਅੰਡਰਲਾਈਨ ਹੋ ਗਈ ਔਰ ਹਰ ਬੰਦਾ ਇਹ ਗੱਲ ਕਹਿੰਦਾ ਕਿ ਗਿਆਨ ਜਿਹੜਾ ਉਹ ਬਹੁਤ ਫਰਕ ਪਾ ਰਿਹਾ ਤੇ ਗਿਆਨ ਨੇ ਫਰਕ ਪਾਣਾ। ਵਰਲਡ ਬੈਂਕ ਦੀ ਰਿਪੋਰਟ ਕਹਿ ਰਹੀ ਹੈ ਕਿ ਹਿੰਦੁਸਤਾਨ 440 ਬਿਲੀਅਨ ਡਾਲਰ 30 ਲੱਖ ਪਲੱਸ ਆਲਮੋਸਟ 32 ਲੱਖ ਕਰੋੜ ਰੁਪਇਆ ਜਿਹੜਾ ਉਹ ਲੂਜ਼ ਕਰ ਰਿਹਾ ਕਿਉਂਕਿ ਸਾਡੀ ਐਜੂਕੇਸ਼ਨ ਡਿਸਰਪਟ ਹੋ ਗਈ ਸੀ ਕੋਵਿਡ ਦੇ ਦੌਰਾਨ। ਇਹ ਸਰਕਾਰੀ 2018 ਦੀ ਨੀਤੀ ਆਯੋਗ ਦੀ ਰਿਪੋਰਟ ਹੈ ਮੇਰੇ ਕੋਲ। ਇਹ ਕਹਿੰਦੇ ਨੇ 55,000 ਪਿੰਡਾਂ 'ਚ ਕੋਈ ਮੋਬਾਈਲ ਨੈਟਵਰਕ ਨਹੀਂ ਹੈਗਾ। 36% ਸਕੂਲ, ਇਹ ਦੂਜੀ ਰਿਪੋਰਟ ਹੈ, ਇਹ ਯੂਨੀਅਨ ਰੂਰਲ ਡਿਵੈਲਪਮੈਂਟ ਮਿਨਿਸਟਰੀ ਦਾ ਸਰਵੇ ਹੈ 2017-18 ਦਾ। 36% ਸਕੂਲ ਬਿਨਾਂ ਬਿਜਲੀ ਤੋਂ ਚੱਲਦੇ ਨੇ। ਅਜਿਹੇ ਵਿੱਚ ਜਦੋਂ ਬਜਟ ਆਉਂਦਾ ਨਵਾਂ ਤੇ ਸਰਕਾਰ ਨੇ ਤਾਂ ਕਿਉਂਕਿ ਆਨਲਾਈਨ ਐਜੂਕੇਸ਼ਨ ਤੇ ਸਰਕਾਰ ਤੇ ਬਹੁਤ ਜ਼ੋਰ ਲਾ ਰਹੀ ਹੈ ਤੇ ਇਹ ਤੇ ਹੈ ਹੀ ਡਿਜੀਟਲ ਇੰਡੀਆ ਵਾਲੇ ਪ੍ਰਧਾਨ ਮੰਤਰੀ ਤੇ ਸਰਕਾਰ ਨੇ ਤੇ ਸਕਿੱਲ ਇੰਡੀਆ ਵਾਲੇ ਨੇ ਤੇ ਬਜਟ ਦੀਆਂ ਤੇ ਬਣ ਜਾਣੀਆਂ ਸੀ ਸੁਰਖੀਆਂ ਵੱਡੀਆਂ ਵੱਡੀਆਂ ਵੀ ਆਹ ਕੀਤਾ ਹੁਣ ਮੋਦੀ ਸਾਹਿਬ ਨੇ ਕੰਮ। ਹੁਣ ਜਿਹੜਾ ਮਰਜ਼ੀ ਵਾਇਰਸ ਆ ਜਾਵੇ, ਅੱਗੇ ਮਾਹਿਰ ਬੜੇ ਉਹ ਫੌਜੀ ਬੈਠਾ ਡਰਾਉਂਦਾ ਰਹਿੰਦਾ ਹੋਰ ਵਾਇਰਸ ਆ ਰਹੇ ਨੇ ਤੇ ਸਾਡੀ ਤਿਆਰੀ ਹੈ ਕਿ ਅਸੀਂ ਤੇ ਬੇਸਿਕਲੀ ਫੌਜੀ ਨੂੰ ਕਹਿ ਰਹੇ ਹਾਂ ਵੀ ਤੂੰ ਹੀ ਉਹ ਭਰਾ ਵਾਇਰਸ ਰੋਕ ਲਈ, ਟੀਕਾ ਟੂਕਾ ਬਣਾ ਲਈ, ਸਾਡੀ ਤਿਆਰੀ ਕੋਈ ਨਹੀਂ। ਅਸੀਂ ਤੇ ਇਧਰ ਗੱਲ ਹੀ ਨਹੀਂ ਕੀਤੀ। ਵੈਸੇ ਤਾਂ ਇਹ ਗੱਲ ਤਾਂ ਕਰਨੀ ਹੋਣੀ ਉਧਰ ਮੇਰਾ ਪਿਆਰ ਪੂਰਾ ਹੈਲਥ ਵਾਲਿਆਂ ਨੇ 137% ਵਧਾਇਆ ਮਾਣਾ ਤੁਹਾਡੇ ਕੋਲ। ਜਦੋਂ ਫਾਈਨਾਂਸ ਮਿਨਿਸਟਰ ਉਧਰ ਨਾ ਮੇਰਾ ਦਿਲ ਤੋੜਿਆ ਜੇ ਪਲੀਜ਼। ਜਦੋਂ ਫਾਈਨਾਂਸ ਮਿਨਿਸਟਰ ਬਜਟ ਪੇਸ਼ ਕਰ ਰਹੀ ਹੈ ਉਦੋਂ ਹਰਿਆਣੇ ਦੇ 19 ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਹੈ ਆਫੀਸ਼ੀਅਲੀ ਤੇ ਦਿੱਲੀ ਦੇ ਆਲੇ ਦੁਆਲੇ ਸਾਰੇ ਬਾਰਡਰਾਂ ਤੇ ਇੰਟਰਨੈਟ ਬੰਦ ਹੈ। ਭੈੜਾ ਗਿਆਨ ਫੈਲਣ ਤੋਂ ਰੋਕਣ ਲਈ ਉਹ ਜਿਹੜਾ ਸਵਾਲ ਤਾਂ ਇਹਨੇ ਅਪਰੋਚ ਕੀ ਹੈ ਔਰ ਦਿੱਲੀ ਦੇ ਆਲੇ ਦੁਆਲੇ ਦੇ ਸਟੂਡੈਂਟ ਇਹ ਕਹਿੰਦੇ ਨੇ ਮੇਰਾ ਪਰਚਾ ਰਹਿ ਗਿਆ ਅੱਜ ਤੱਕ, ਮੇਰੀ ਕਲਾਸ ਰਹਿ ਗਈ। ਕਿਸਾਨ ਛੱਡੋ ਕੱਲੇ ਜਿਹੜੇ ਹਰਿਆਣੇ ਉਹ ਤਾਂ ਉਹਨਾਂ ਦੇ ਨਾਲ ਵੋਟਾਂ ਵਾਲਿਆਂ ਨੇ ਵੈਸੇ ਇੰਟਰਨੈਟ ਨਹੀਂ ਸੀ ਰੋਕਿਆ। ਉਹ ਸਾਰਿਆਂ ਨੇ ਜਿਹੜੇ ਬੰਦੇ ਇਹ ਕਹਿ ਰਹੇ ਨੇ ਕਿ ਸਾਡਾ ਰੋਜ਼ ਦਾ ਕੰਮ ਖੜ ਗਿਆ। ਬਾਕੀ ਜਿਹੜਾ ਕੇਵਲ ਆਨਲਾਈਨ ਕਰਨ ਦਾ ਸਵਾਲ ਹੈ, ਸਾਡੇ ਵਰਗੇ ਕੰਟਰੀ ਸਭ ਕੁਝ ਆਨਲਾਈਨ ਕਰ ਦਾਂਗੇ, ਉਹ ਪਹਿਲਾਂ ਹੀ ਗਰੀਬ ਨੂੰ, ਪੇਂਡੂ ਬੰਦੇ ਨੂੰ, ਦੂਰ ਬੈਠੇ ਨੂੰ ਤੇ ਜਿਹੜੇ ਬੰਦੇ ਦੀ ਰੋਜੀ ਰੋਟੀ ਦਾ ਹੀ ਸੰਸਾ ਉਹਨੂੰ ਸਭ ਨੂੰ ਬਾਹਰ ਕਰਨ ਦਾ ਸਵਾਲ ਹੈ। ਐਕਸਕਲੂਡ ਕਰ ਦੋ ਤੁਸੀਂ, ਵੈਸੇ ਹੀ ਲਾਈਨ ਮਾਰ ਕੇ ਕਰ ਦੋਗੇ, ਤੁਹਾਨੂੰ ਤਾਂ ਪੜ੍ਹਾਈ ਵੀ ਦੇਣੀ ਹੋਣੀ, ਤੁਹਾਨੂੰ ਕੁਝ ਖਾਸੀ ਦੇਣਾ ਹੀ ਨਹੀਂ ਚਾਹੁੰਦੇ ਉਸ ਲੈਵਲ ਦੇ ਉੱਤੇ। ਇਹ ਉਹਦਾ ਅਲਟਰਨੇਟਿਵ ਨਹੀਂ ਹੈ। ਇਹ ਨਾਲ ਤੁਸੀਂ ਚਲਾ ਸਕਦੇ ਹੋ ਕੁਝ ਚੀਜ਼ਾਂ ਪਰ ਉਹਨੂੰ ਤਾਂ ਸੁਵਿਧਾ ਦਿਓਗੇ ਨਾ ਉਸ ਪੱਧਰ ਦੀ ਜਾ ਕੇ ਜਿਹੜੀ ਵੀ ਹੈ। ਇਸ ਲਈ ਉਹਨੂੰ ਇਹ ਤਾਂ ਪਹਿਲਾਂ ਕਹੋ ਕਿ ਜਿਹੜਾ ਉਹਦਾ ਲਾਸ ਹੋਇਆ ਉਹ ਪੂਰਾ ਕਿਵੇਂ ਕਰਾਂਗੇ। ਉੱਥੇ ਟੀਚਰ ਭੇਜਾਂਗੇ, ਉਹਨਾਂ ਦੇ ਸਪੈਸ਼ਲ ਕਲਾਸਾਂ ਲਵਾਵਾਂਗੇ, ਉਹਨਾਂ ਦਾ ਕਰੋਗੇ ਕੀ। ਉਹ ਤਾਂ ਬੋਲੀ ਦੇ ਤੌਰ ਤੇ ਵੀ ਨਹੀਂ ਕਿਹਾ ਜਾ ਰਿਹਾ, ਪੈਸਾ ਤਾਂ ਉਦੋਂ ਦੂਰ ਦੀ ਗੱਲ ਹੈ ਕਿ ਪੈਸੇ ਕਿੱਥੇ ਕੀ ਕਰ ਰਹੇ ਨੇ, ਉਹ ਤਾਂ ਨਜ਼ਰਅੰਦਾਜ਼ ਹੈ ਟੋਟਲੀ 100%। ਔਰ ਜਿਹੜੇ ਬੱਚਿਆਂ ਨੂੰ ਇਹ ਕਿਹਾ ਜਾਂਦਾ, ਇਹ ਸਰਵੇ ਆਏ ਨੇ ਕਿ ਜਦੋਂ ਦਾ ਮਿਡ ਡੇ ਮੀਲ ਸ਼ੁਰੂ ਹੋਇਆ ਉਹ ਬੱਚਿਆਂ ਦੀ ਸਿਹਤ ਦੀ ਗਰੋਥ 'ਚ ਫਰਕ ਪਿਆ ਔਰ ਕਿੰਨੇ ਬੱਚੇ, ਕਰੋੜਾਂ ਬੱਚੇ ਸਵੇਰੇ ਦਾ ਭੋਜਨ ਖਾ ਕੇ ਨਹੀਂ ਆਉਂਦੇ, ਉਹ ਕੇਵਲ ਦੁਪਹਿਰ ਦੇ ਭੋਜਨ ਤੇ ਨੇ। ਇਸੇ ਕਰਕੇ ਇਹ ਵੀ ਆ ਰਿਹਾ ਸੀ ਕਿ ਉਹ 10ਵੀਂ ਤੱਕ ਕਰ ਦਿਓ ਜੀ, ਇੱਕ ਤਾਂ ਇਹ ਆਇਆ ਸੀ ਕਿ ਉਦੋਂ ਅੱਗੇ ਵੀ ਕਰ ਦਿਓ ਜਿਹੜਾ ਅਨਾਜ ਉਸ ਲੈਵਲ ਤੇ। ਹੁਣ ਇਹ ਕਰਨਗੇ ਕੀ ਗਵਰਨਮੈਂਟ ਆਫ ਇੰਡੀਆ? ਕਰੂਗੀ ਇਹ ਕਿ 12,900 ਕਰੋੜ ਪਿਛਲੇ ਸਾਲ ਸੀ ਤੇ 11,500 ਕਰੋੜ ਹੁਣ ਲਿਆਂਦਾ, ਉਹਨੂੰ ਕਹਿਣਗੇ ਤੇ ਸਟੇਟਾਂ ਦੇਣ ਜੀ 50%। ਇਦੋਂ ਪਹਿਲਾਂ ਇਹ ਸ਼ੁਰੂ ਹੋਇਆ ਸੀ 90-10 ਤੋਂ, ਫਿਰ ਚੱਲਦੇ 40-10 ਤੇ ਹੁਣ 50%। ਹਰ ਸਕੀਮ 50 ਤੇ ਚਲੀ ਜਾਊਗੀ। ਕੁਝ ਦਰਸ਼ਕਾਂ ਨੂੰ ਇਹ ਲੱਗਦਾ ਕਿ ਮਿਡ ਡੇ ਮੀਲ ਕੋਈ ਹਿੰਦੁਸਤਾਨ ਦਾ ਕੋਈ ਖਾਸ ਹੈ। ਤੁਸੀਂ ਗੂਗਲ ਕਰਕੇ ਮਿਡ ਡੇ ਮੀਲ ਇਨ ਯੂਨਾਈਟਿਡ ਸਟੇਟਸ ਆਫ ਅਮਰੀਕਾ ਵੀ ਚੈੱਕ ਕਰ ਸਕਦੇ ਹੋ, ਮਿਡ ਡੇ ਮੀਲ ਨਿਊਯਾਰਕ ਵੀ ਚੈੱਕ ਕਰ ਸਕਦੇ ਹੋ। ਸਾਰੀ ਦੁਨੀਆ ਭਰ ਦੇ ਵਿੱਚ ਹੈ ਔਰ ਇਹਦੇ ਵਿੱਚ ਇਹਦਾ ਤਾਂ ਸਰਕਾਰ ਨੇ ਕਰਨਾ ਨਹੀਂ ਸੀ। ਉਹ ਵੀ ਇੰਨਾ ਚਿਰ ਫਾਈਟ ਹੋਈ, ਸੁਪਰੀਮ ਕੋਰਟ 'ਚ ਕੇਸ ਲੜਿਆ ਜਿਹੜਾ PGCL ਵਰਗੀਆਂ ਸੰਸਥਾਵਾਂ ਨੇ, ਉਦੋਂ ਬਾਅਦ ਲੋਕਾਂ ਨੂੰ ਲੱਗਿਆ ਕਿ ਹਾਂ ਆ ਗਿਆ। ਤੇ ਹੁਣ ਕੀ ਹੋਏਗਾ ਕਿ ਉਦੋਂ ਬਾਅਦ ਜਦੋਂ ਤੁਸੀਂ ਇੰਨਾ ਪੈਸਾ ਘਟਾਤਾ ਤਾਂ ਰਾਜ ਸਰਕਾਰਾਂ ਨੂੰ ਦਿਓ। ਔਰ ਇਹਨਾਂ ਨੇ ਕੀਤਾ ਕੀ ਹੈ, ਰਾਜ ਸਰਕਾਰਾਂ ਦਾ GST ਦੇ ਵਿੱਚ ਵੀ ਪੱਠਾ ਬਿਠਾਇਆ ਪਿਆ, ਪਹਿਲਾਂ ਹੀ ਲੜ ਰਹੀਆਂ ਨੇ। ਆ ਹੁਣ ਜਿਹੜਾ 2.5% ਪੈਟਰੋਲ ਤੇ 4% ਡੀਜ਼ਲ ਤੇ ਸੈਸ ਲਾਇਆ, ਕਹਿੰਦੇ ਉਹ ਕਿ ਕੰਜ਼ਿਊਮਰ ਤੇ ਨਹੀਂ ਆਏਗਾ ਤੇ ਉਹ ਕਿਉਂਕਿ ਕਸਟਮ ਡਿਊਟੀ। ਇਹਦਾ ਮਤਲਬ 100% ਉਹ ਸਟੇਟ ਦੇ ਖਾਤੇ, ਨੈਸ਼ਨਲ ਖਾਤੇ 'ਚ ਜਾਂਦਾ। ਉਹ ਰਾਜਾਂ ਨੂੰ ਤਾਂ ਉਹਦੇ ਚੋਂ ਕੁਝ ਨਹੀਂ ਮਿਲਣਾ। ਓਕੇ, ਸੋ ਪਹਿਲਾਂ ਸਾਰਾ ਐਕਸਾਈਜ਼ ਡਿਊਟੀ ਜਾਂਦੀ ਸੀ, ਸੈਂਟਰ ਨੂੰ ਜਾਂਦੀ ਸੀ, ਉਹਦੇ ਚੋਂ ਸਟੇਟ ਨੂੰ ਹਿੱਸਾ ਮਿਲਦਾ ਸੀ। ਜਦੋਂ ਤੁਸੀਂ ਇਹਨੂੰ ਸੈਸ 'ਚ ਕਨਵਰਟ ਕਰਤਾ ਤੇ ਤੁਸੀਂ ਸਾਰਾ ਆਪਣੇ ਕੋਲ ਰੱਖ, ਸਾਰਾ ਸੈਂਟਰ ਕੋਲ ਚਲਾ ਗਿਆ, ਸਟੇਟਾਂ ਦਾ ਪੈਸਾ ਚਲਾ ਗਿਆ। ਇੱਕ ਪਾਸੇ ਤੁਸੀਂ ਸਟੇਟ ਦਾ ਪੈਸਾ ਵੀ ਆਪਣੇ ਕੋਲ ਰੱਖ ਲਿਆ, ਤੁਹਾਡੇ ਤੇ ਭਾਰ ਨਹੀਂ ਪਿਆ ਪਰ ਤੁਹਾਡੇ ਤੇ ਭਾਰ ਪੈ ਗਿਆ। ਤੁਹਾਡੇ ਤੇ ਭਾਰ ਇਧਰੋਂ ਪੈ ਗਿਆ, ਉਹ ਮਿਡ ਡੇ ਮੀਲ 'ਚ ਕੱਟ ਲੱਗ ਜੂ, ਕਾਸੇ 'ਚ ਕੱਟ ਲੱਗ ਜੂ, ਲੋਕਾਂ ਦੀ ਸਿਹਤ ਤੇ ਕੱਟ ਲੱਗ ਜੂ। ਮੁਨੀਮੀ ਬਜਟ ਵਾਲੀ ਤਾਂ ਉਹ ਸਾਰਾ ਤੁਹਾਡੇ ਸਾਹਮਣੇ ਆ ਕਿ ਤੁਸੀਂ ਲੋਕਾਂ ਦੀ ਚੰਗੀ ਦੱਸੋ ਖਬਰ ਹੈ। ਕਰੋਨਾ ਤੋਂ ਛੁਟਕਾਰਾ ਪਾਇਆ, 137% ਬਜਟ ਹੈਲਥ ਦਾ ਵਧਾਤਾ। ਇਹ ਤਾਂ ਤੁਸੀਂ ਤਾਂ ਸੁਪਨਾ ਨਹੀਂ, ਤੁਸੀਂ ਕਦੀ ਨਹੀਂ ਸਾਡੇ ਕੋਲ ਭਵਿੱਖਬਾਣੀ ਕੀਤੀ ਕਿ ਸਰਕਾਰ ਨੇ ਐਡਾ ਵਧੀਆ ਕੰਮ ਕਰਨਾ। ਲੈਟ ਮੀ ਸੇ ਫਿਊ ਥਿੰਗਸ ਜੀ। ਇੱਕ ਤਾਂ ਇਹ ਹੈ ਵੀ ਇੱਕ ਮਿਥ ਕ੍ਰੀਏਟ ਕਰਿਆ ਜਾ ਰਿਹਾ ਯੂਨ ਐਜੂਕੇਸ਼ਨ 'ਚ। ਪਿਛਲੇ ਸਾਲ 99,312 ਕਰੋੜ ਬਜਟ ਸੀ ਸਕੂਲ ਐਜੂਕੇਸ਼ਨ ਦਾ, ਐਤਕੀ 93,000 ਕਰੋੜ ਹੈ।
ਇਸ ਕਰਕੇ ਸਾਨੂੰ ਸਮਝ ਲੈਣਾ ਚਾਹੀਦਾ ਵੀ ਇਹ ਉਹ ਸਕੂਲ ਜਿਹੜੇ ਤੁਸੀਂ ਕਹਿੰਦੇ ਹੋ ਨਾ, ਜਿਹੜੇ ਨੀਤੀ ਆਯੋਗ ਨੇ ਕਹੇ ਨੇ ਵੀ ਉਹਨਾਂ ਨੂੰ ਕਮਰੇ ਦੇਣ ਦੀ ਗੱਲ ਹੈ, ਜਾਂ ਜਿਹੜਾ ਹੈਗਾ ਉਹਨੂੰ ਵੀ ਢਾਏ ਜੇ ਤਾਂ ਕੁਝ ਨਹੀਂ ਕਰਨਾ। ਦੂਜਾ GST ਦੇ ਵਿੱਚ 1,53,000 ਕਰੋੜ ਤੋਂ ਘਟਾ ਕੇ 1 ਲੱਖ ਕਰੋੜ ਕਰਤਾ, ਜਿਹੜਾ ਸਟੇਟਾਂ ਨੂੰ ਦੇਣਾ। ਉਧਰੋਂ ਪੈਸਾ ਲੱਗਦਾ, ਉਹ ਪੈਸਾ ਉਧਰੋਂ ਉਹ ਵੀ ਸਟੇਟਾਂ ਦਾ ਗਿਆ। ਹੁਣ ਹੈਲਥ ਦਾ ਜਿਹੜਾ ਤੁਸੀਂ ਕਹਿੰਦੇ ਹੋ, ਹੈਲਥ ਦਾ ਜੇ ਬੇਸਿਕ ਬਜਟ ਅਸੀਂ ਦੇਖੀਏ ਤਾਂ ਪਿਛਲੇ ਸਾਲ ਦਾ 82,445 ਤੋਂ ਕਰੋੜ ਤੋਂ ਰਹਿ ਕੇ ਜੋ ਹੈਲਥ ਦਾ ਬਜਟ ਹੈ ਉਹ 74,662 ਕਰੋੜ ਰਹਿ ਗਿਆ। ਹੁਣ ਜਿਹੜਾ ਤੁਸੀਂ ਕਹਿੰਦੇ ਹੋ ਵੀ ਟਿਕੇ ਟੁਕੇ ਵਾਲਾ ਕੱਢੀ ਜਾ ਰਹੇ ਹੋ ਵਿੱਚੋਂ, ਨਾ ਮੈਂ ਆ ਰਿਹਾ ਉਸੇ ਤੇ ਆ ਰਿਹਾ, ਮੈਂ ਕੋਈ ਮੈਂ ਇੱਥੇ ਇਸ ਵਾਸਤੇ ਨਹੀਂ ਬੈਠਾ ਕਿ ਮੈਂ ਆਪਦੀ ਗੱਲ ਜਸਟੀਫਾਈ ਕਰਨੀ ਹੈ, ਮੈਂ ਫੈਕਟ ਦੱਸਣੇ ਨੇ। ਹੁਣ ਜਿਹੜਾ 2,14,000 ਕਰੋੜ ਦੀ ਗੱਲ ਕਰੀ ਜਾ ਰਹੀ ਹੈ, ਬਿਲਕੁਲ ਉਹਦੇ ਕੀ ਹੈ 35,000 ਕਰੋੜ ਹੈਗਾ ਜਿਹੜਾ ਇਹ ਵੈਕਸੀਨ ਦਾ ਹੈ ਤੇ ਹੈਲਥ ਦਾ। 66 ਨਹੀਂ ਮੈਂ ਆ ਰਿਹਾ, ਤੁਸੀਂ ਹੈਲਥ ਦੀ ਜੇ ਡੈਫੀਨੇਸ਼ਨ ਮੈਂ ਆਉਣਾ ਉਸ ਤੇ ਵੀ, ਮੈਂ ਉਸ ਤੇ ਵੀ ਆਉਣਾ। 64,900 ਕਰੋੜ ਰੁਪਇਆ ਕਰੀਬ ਇਸ ਗੱਲ ਦਾ ਹੈ ਕਿ ਅਸੀਂ 6 ਸਾਲਾਂ 'ਚ ਹਰ ਸਾਲ ਕੁਝ ਲੈਬੋਰਟਰੀਆਂ ਖੋਲਾਂਗੇ, ਕੁਝ ਫਲਾਣਾ ਕਰਾਂਗੇ। ਲੈਬੋਰਟਰੀਆਂ ਹੈਗੀਆਂ ਨੇ ਫੂਡ ਐਨਾਲਿਸਿਸ ਦੀਆਂ, ਜਿਹਦੇ 'ਚ ਆਪਾਂ ਨੂੰ ਪਤਾ ਜੋ ਕੁਝ ਪਹਿਲਾਂ ਹੀ ਹੁੰਦਾ ਹੈ। ਤੇ ਅਸੀਂ ਵੈਲਨੈਸ, ਹੈਲਥ ਐਂਡ ਵੈਲਨੈਸ ਕਲੀਨਿਕ ਖੋਲਾਂਗੇ, ਉਹ 64,000 1 ਲੱਖ ਕਰੋੜ ਤੋਂ ਵੱਧ ਬਜਟ ਉਹ ਹੈ ਇਹਦੇ 'ਚ, ਜਿਹੜੇ ਬਜਟ ਨੂੰ ਲੋਕਾਂ ਨੂੰ ਢਿੱਲੇ ਦਾ ਫਾਇਦਾ ਨਹੀਂ ਹੋਣਾ। ਸੋ ਕੋਰ ਹੈਲਥ ਦਾ ਬਜਟ ਐਕਚੁਅਲੀ ਘਟ ਗਿਆ ਹੈ। ਜਿਹੜਾ ਹੈਲਥ ਦਾ ਇਸ਼ੂ ਕਿੱਥੇ ਖੜਾ ਹੈ, ਹੈਲਥ ਦਾ ਇੱਕ ਸੁਰਖੀ ਵਧੀਆ ਲੱਗੀ ਸੀ 137% ਵੱਧ ਗਿਆ। ਇਹ ਤਰੀਕਾ ਨਾ, ਇਹ ਮਤਲਬ ਜੋ ਤੁਸੀਂ ਦੇਖਦੇ ਹੋ ਜਾਂ ਤੁਹਾਨੂੰ ਦਿਖਾਇਆ ਜਾਂਦਾ ਉਹ ਸੱਚ ਨਹੀਂ ਹੁੰਦਾ, ਤੇ ਜੋ ਸੱਚ ਹੁੰਦਾ ਉਹ ਦਿਖਾਇਆ ਨਹੀਂ ਜਾਂਦਾ। ਇੱਥੇ ਕੀ ਹੋਇਆ, ਇੱਥੇ ਹੋਇਆ ਕਿ ਅੱਜ ਦੀ ਰਿਪੋਰਟ ਜੇ ਤੁਸੀਂ ਮੈਨੂੰ ਕਿਹਾ ਸੀ ਨਾ ਇੰਡੀਅਨ ਐਕਸਪ੍ਰੈਸ ਲਾਇਆ ਹੋ, ਪਰ ਉਹਨਾਂ ਪੜ੍ਹੀ ਸੀ, ਲਿਆਇਆ ਦੇਖਣਾ ਚਾਹੁੰਦਾ ਸੀ ਹੈਲਥ ਦਾ। 29% ਲੋਕਾਂ ਨੂੰ ਆਲਰੇਡੀ ਇਮਿਊਨਿਟੀ ਹੈਗੀ ਹੈ ਸੀਰੋ ਸਰਵੇ ਦੇ ਵਿੱਚ ਪੂਰੀ ਮੇਜਰ ਉਹਦੀ ਰਿਪੋਰਟ ਹੈ, ਇਹਨਾਂ ਦੀ ਆਪਦੀ ਰਿਪੋਰਟ ਹੈ। ਇਹ ਤਾਂ ਓਵਰਆਲ ਇੰਡੀਆ 'ਚ ਹੈਗੀ ਆ। ਡਾਟੇ ਦਾ ਡਾਟੇ ਦਾ ਪਤਾ ਨਹੀਂ ਕੀ ਹੋਇਆ, ਮਤਲਬ 35 ਕਰੋੜ ਹਿੰਦੁਸਤਾਨੀ ਤੇ ਕੋਵਿਡ ਕਰਾਈ ਫਿਰਦਾ ਹੈ। ਹਾਂ, ਸੋ ਇਸ ਕਰਕੇ ਇਹ ਜਿਹੜਾ ਇਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜੀ ਇਹ ਲਾਵਾਂਗੇ ਕਿ ਇਹਦੇ ਉੱਤੇ ਜਿਹੜੇ ਲੋਕਾਂ ਨੇ ਸ਼ੰਕੇ ਜ਼ਾਹਰ ਕਰੇ ਸੀ ਵੀ ਜਿਹੜੀਆਂ ਉਹ ਕਾਰਪੋਰੇਸ਼ਨਾਂ ਨੇ ਮਲਟੀਨੈਸ਼ਨਲ, ਜਿਨ੍ਹਾਂ ਦਾ ਇੰਟਰਸਟ ਹੈ ਵੈਕਸੀਨੇਸ਼ਨ, ਉਸ ਇੰਟਰਸਟ ਹੁਣ ਇਹ ਕੋਵਿਡ ਨੂੰ ਕਿਵੇਂ ਯੂਜ਼ ਕਰ ਰਹੇ ਨੇ। ਮੈਂ ਇੱਕ ਲਾਈਨ 'ਚ, ਕਿਉਂਕਿ ਤੁਸੀਂ ਹੈਲਥ ਦੀ ਗੱਲ ਕਰੀ ਹੈ, ਮੈਂ ਇੱਕੋ ਲਾਈਨ 'ਚ ਕਹਾਂਗਾ ਕੋਵਿਡ ਨੂੰ। ਇੱਕ ਤਾਂ ਕੋਵਿਡ ਦੇ ਬਹਾਨੇ ਲੋਕਾਂ ਦੇ ਕਹੋ ਵੀ ਕੋਵਿਡ ਲੱਗਿਆ ਹੋਇਆ ਸੀ ਤੇ ਡਿਜ਼ਾਸਟਰ ਮੈਨੇਜਮੈਂਟ ਲੱਗੀ ਸੀ, ਤੁਸੀਂ ਨੰਗੇ ਮੂੰਹ ਕਿਵੇਂ ਚਲੇ ਗਏ, ਤੁਸੀਂ ਇੱਥੇ ਕੱਟ ਕਿਵੇਂ ਕਰ ਰਹੇ। ਦੂਜਾ, ਕੋਵਿਡ ਦੇ ਨਾਂ ਦੇ ਉੱਤੇ ਪੈਸਾ ਜਿੱਧਰ ਨੂੰ ਦੇਣਾ ਉਹਨੂੰ ਦੇਈ ਜਾਓ, ਕੋਵਿਡ ਕਹਿ ਕੇ ਦੇਈ ਜਾਓ। ਇਹ ਇੱਕ ਵੱਡਾ ਝੁੱਡੂ ਹੈ, ਇਹਨਾਂ ਕੋਲੇ ਹੈਲਥ ਦੀ ਗੱਲ ਨਹੀਂ ਹੈ। ਸਾਰੀਆਂ ਮਾੜੀਆਂ ਖਬਰਾਂ ਕਰ ਦਿੱਤੀਆਂ ਤੁਸੀਂ, ਇੱਕੋ ਆ ਚੰਗੀ ਖਬਰ ਮੇਰੇ ਕੋਲ ਹੈਗੀ ਹੈ, ਮੈਂ ਇਸ ਤੋਂ ਬਾਅਦ ਤੁਹਾਨੂੰ ਬੋਲਣ ਨਹੀਂ ਦੇਣਾ। ਬਿਲਕੁਲ ਐਂਕਰ ਦਾ ਪ੍ਰਿਵਿਲੇਜ ਤੁਸੀਂ ਕਹਿੰਦੇ ਹੋ ਆਤਮ ਨਿਰਭਰ ਭਾਰਤ ਤੇ FDI 74% LIC ਚ ਲੈ ਆਓ। LIC 74% FDI ਲਈ ਖੋਲ ਦੋ। ਜਿਹੜੇ ਉਸੇ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਦੋ ਹੋਰ ਨੈਸ਼ਨਲਾਈਜ਼ਡ ਬੈਂਕਾਂ ਨੂੰ ਨਵੀਆਂ ਨੂੰ ਕਹਿ ਦੋ ਕਿ ਡਿਸਇਨਵੈਸਟ ਕਰਾਂਗੇ, ਤੇ ਇਸੇ ਤਰ੍ਹਾਂ ਸਾਰਿਆਂ ਦੇ ਸੁੱਕੇ ਹੋਏ ਨੇ, ਪਤਾ ਨਹੀਂ ਕਿਹੜਾ ਬੈਂਕ ਇੱਕ ਜਨਰਲ ਇੰਸ਼ੋਰੈਂਸ ਕੰਪਨੀ ਦਾ ਅਸੀਂ ਕਰਾਂਗੇ। ਤੇ ਉਹ ਸਾਰਾ ਜਿਹੜਾ ਮਾਮਲਾ ਅਸਲ ਦੇ ਵਿੱਚ 1.75 ਲੱਖ ਕਰੋੜ ਜਿਹੜਾ ਲੈਣਾ ਅਸੀਂ ਵੇਚਣਾ ਹੈ ਕੰਟਰੀ, ਜਿਹੜਾ ਵੇਚ ਕੇ ਲੈ ਰਹੇ ਹੋ। 1000 ਮੰਡੀ ਨੂੰ ਅਸੀਂ 1000 ਮਾਰਕੀਟ ਨੂੰ, ਕਿਸਾਨ ਮਾਰਕੀਟ ਨੂੰ ਅਸੀਂ ਡਿਜੀਟਲਾਈਜ਼ ਕਰਨਾ। ਇਹਨਾਂ ਨੂੰ ਪੁੱਛੋ ਵੀ ਕਿਸਾਨਾਂ ਦਾ ਪੈਸਾ ਕਿਤੇ ਰੁਲ ਰਿਹਾ ਵੀ ਡਿਜੀਟਲਾਈਜ਼ ਨਾ ਹੋਣ ਕਰਕੇ। ਤੇਰੇ ਤੇ ਹੈ ਨਹੀਂ ਗੱਲ, ਸੁਣੋ ਬਹੁਤ ਧਿਆਨ ਨਾਲ, ਐਵੇਂ ਮੇਰੇ ਤੇ ਦੋਸ਼ ਨਾ ਲੱਗੇ। ਸਾਡੇ ਯੂਨੀਅਨ ਐਗਰੀਕਲਚਰ ਮਿਨਿਸਟਰ ਨਰਿੰਦਰ ਸਿੰਘ ਤੋਮਰ, ਜਿਨ੍ਹਾਂ ਤੋਂ ਜ਼ਿਆਦਾ ਕਿਸਾਨਾਂ ਨੂੰ ਕੋਈ ਸਮਝਦਾ ਨਹੀਂ, ਤੁਸੀਂ ਦੇਖਿਆ ਇੰਨੀ ਵਾਰੀ ਹੋਰ ਕੋਈ ਗੱਲ ਵੀ ਨਹੀਂ ਕਰ ਸਕਦਾ, ਉਹਨਾਂ ਦਾ ਬਿਆਨ ਹੈ। ਉਹਨਾਂ ਨੇ ਕਿਹਾ ਬਜਟ ਬਹੁਤ ਹੀ ਅੱਛਾ ਹੈ, ਇਹ ਲੋਕਾਂ ਦੇ, ਪਿੰਡਾਂ ਦੇ, ਮਜ਼ਦੂਰਾਂ ਦੇ ਤੇ ਨੌਜਵਾਨਾਂ ਦੇ ਹੱਕ ਵਿੱਚ ਹੈ। ਮੈਂ ਫਾਈਨੈਂਸ ਮਿਨਿਸਟਰ ਤੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਾ ਹਾਂ। तो उस बारे तुहानूं पता होना चाहिए। जे तुहानूं भी जापदा तो तुसीं भी वधाई देनी चाहते हो, चिट्ठी कड्डो, एक ईमेल लिखो प्रधानमंत्री मोदी नूं, तो उन्होंने बहुत बहुत धन्नवाद करो इस बजट का। जे कोई होर व्यू लैना तो एक चक्कर ਸਿੰਘੂ टीकरी गाजीपुर मारन च वैसे कोई हरज भी नहीं है। अज लिए इन्ना ही, धन्नवाद ते रब रखा।